ਕਹਾਣੀ ਦਾ ਨਾਂ ਹੈ ਕਸਤੂਰੀ ਤੇ ਕਹਾਣੀਕਾਰ ਹਨ ਜਸਵਿੰਦਰ ਸਿੰਘ। ਸਕੂਟਰ ਸਟੈਂਡ ਵਾਲੇ ਤੋਂ ਤਲਕ ਹੋ ਮੁੜਵਾਏ ਪੈਸੇ ਤੇ ਟੋਕਨ ਪਰਸ 'ਚ ਸਾਂਭਦੀ 7 ਕੁ ਸਾਲ ਦੀ ਧੀ ਚੈਰੀ ਨੂੰ ਬਾਹੋਂ ਪਕੜਦੀ ਸੁਰੀਤ ਵਕੀਲ ਦੇ ਖੋਖੇ ਵੱਲ ਮੁੜੀ। ਸੁਰੀਤ ਸੁਰੀਤ ਦੀ ਜਨਾਨਾ ਆਵਾਜ਼ ਸੁਣ ਉਸ ਤੋਰ ਮੱਠੀ ਕਰਦਿਆਂ ਧੌਣ ਉੱਧਰ ਮੋੜੀ। ਮਨਦੀਪ ਉਸ ਦੀ ਜਮਾਤਨ ਸਹੇਲੀ ਕਾਲੇ ਕਦਮੀ ਉਸ ਵੱਲ ਆਉਂਦੀ ਦਿਸੀ। ਸੁਰੀਤ ਦੇ ਅੰਦਰ ਘਾਬਰਵੀਂ ਹਿਲਜੁਲ ਹੋਈ। ਉਹ ਇਹੋ ਜਿਹੇ ਮੇਲ ਬੁਲਾਵੇ ਲਈ ਉੱਕਾ ਤਿਆਰ ਨਹੀਂ ਸੀ। ਹੈਲੋ ਨਤਾਲਿਆ ਮੇਰੀ ਨੰਨੀ। ਮਨਦੀਪ ਦੇ ਦੁਲਾਰਵੇਂ ਮਚਲਦੇ ਬੋਲਾਂ ਨੂੰ ਵਿੱਚੋਂ ਕੱਟਦਿਆਂ ਸੁਰੀਤ ਧਮਕੀ। ਨਤਾਲਿਆ ਨਹੀਂ ਚੈਰੀ। ਤੇ ਉਸ ਕਸੈਲੇ ਮੂੰਹ ਤੇ ਤਣੇ ਭਰਵੱਟਿਆਂ ਨਾਲ ਮਨਦੀਪ ਨੂੰ ਘੂਰਿਆ। ਚੈਰੀ ਮੰਮੀ ਦੇ ਪੱਟਾਂ ਨੂੰ ਚੰਬੜਦੀ ਗਈ। ਖਸਿਆਨਾ ਜਿਹਾ ਹਾਸਾ ਬੁੱਲ੍ਹਾਂ 'ਤੇ ਲਿਆਉਂਦਿਆਂ ਮਨਦੀਪ ਇਸ ਬਦਲੀ ਅੰਤਰਰਾਸ਼ਟਰੀ ਚੇਤਨਾ ਦਾ ਮਜ਼ਾਕ ਉਡਾਉਣ ਦੀ ਬਜਾਏ ਖਿਮਾ ਜਾਚਨਾ ਦੇ ਰੋਮ ਵਿੱਚ ਮੌਕਾ ਸੰਭਾਲਣ ਲੱਗੀ। ਚੈਰੀ ਵਾਹ ਕਿੰਨਾ ਪਿਆਰਾ ਨਾਂ ਹੈ। ਸੋਰੀ ਸੁਰੀਤ, ਮੈਨੂੰ ਸੁਪਨਾ ਆਉਣਾ ਸੀ। ਖੈਰ ਤੂੰ ਕਿਵੇਂ ਆ? ਕਾਹਲੀ ਤਾਂ ਨਹੀਂ ਬਹੁਤੀ? ਸੁਰੀਤ ਨੇ ਅੰਦਰੋਂ ਸਤਰਕ ਹੁੰਦਿਆਂ ਬਾਹਰੋਂ ਚੁੱਪ ਸਾਧ ਰੱਖੀ। ਹੁਣ ਭੱਜਿਆ ਨਹੀਂ ਸੀ ਜਾ ਸਕਦਾ। ਉਂਝ ਮਨਦੀਪ ਉਹਦੀ ਸੱਕੀ ਸਹੇਲੀ ਹੀ ਨਹੀਂ ਸਗੋਂ ਖਰੀ ਹਮੈਤਨ ਸੀ, ਪਰ ਵਕਤ ਨੇ ਸੁਰੀਤ ਦੇ ਸਭ ਮੋਹ ਖੋਰੇ ਨਾਤੇ ਖਿੰਡਾ ਕੇ ਬਖੇਰ ਦਿੱਤੇ ਸਨ। ਸੁਰੀਤ ਆਪਣੇ ਵਕੀਲ ਨੂੰ ਇਤਲਾਹ ਦੇ ਮਨਦੀਪ ਨੂੰ ਨਾਲ ਲੈ ਕੰਟੀਨ ਵੱਲ ਹੋ ਤੁਰੀ। ਕੇਸ ਦਾ 35ਵਾਂ ਨੰਬਰ ਸੀ। ਦੁਪਹਿਰੋਂ ਬਾਅਦ ਹੀ ਇਹ ਝਗੜੇ ਵਾਲੇ ਕੇਸ ਉਂਝ ਵੀ ਸੁੱਕਣੇ ਪਾਉਣ ਵਾਸਤੇ ਅਖੀਰ 'ਤੇ ਹੀ ਲਗਾਉਂਦੇ ਨੇ। ਉਹ ਕੋਰਟ ਦੇ ਅਹਾਤੇ ਵਿੱਚ ਕੰਟੀਨ ਦੇ ਨੇੜਲੇ ਬੈਂਚ 'ਤੇ ਧੁੱਪੇ ਬਹਿ ਗਈਆਂ। ਸੁਰੀਤ ਨੇ ਪਰਸ ਵਿੱਚੋਂ ਚਾਕਲੇਟ ਦਾ ਪੈਕਟ ਕੱਢ ਚੈਰੀ ਨੂੰ ਫੜਾਉਂਦਿਆਂ ਪਿਆਰੇ ਤੇ ਉਸ ਦੇ ਇੱਕ ਛੋਧੇ ਜਿਹੇ ਸਾਥੀ ਨੂੰ ਦੂਜੇ ਵਕੀਲ ਦੀਆਂ ਕੁਰਸੀਆਂ 'ਤੇ ਬੈਠੇ ਝਾਕਦੇ ਤਾੜਿਆ। ਕਿੰਨਾ ਚਿਰ ਦੋਵੇਂ ਸਹੇਲੀਆਂ ਖਾਮੋਸ਼ ਬੈਠੀਆਂ ਰਹੀਆਂ। ਜਵਾਨੀ ਦੇ ਮੰਚਲੇ ਗਲਾਦੜੀਪਨ ਤੋਂ ਮੂਲੋਂ ਬੇਨਿਆਜ਼। ਉਹ ਜਿਨ੍ਹਾਂ ਦੀਆਂ ਗੱਲਾਂ ਚਾਂਬੜਾਂ ਅਟਕੇਲੀਆਂ ਕਦੇ ਦਮ ਨਾ ਲੈਂਦੀਆਂ ਨਾ ਲੈਣ ਦਿੰਦੀਆਂ, ਜਦ ਅਦਾਲਤੀ ਅਹਾਤੇ ਵਿੱਚ ਨਾਲੋਂ ਨਾਲ ਬੈਠੀਆਂ ਖੋਰੇ ਕਿੰਨੀ ਰਾਹੀਂ ਗੁੰਮ ਗਵਾਚ ਗਈਆਂ ਸਨ। ਜਾਪਦਾ ਸੀ ਦੋਵੇਂ ਆਪੋ ਆਪਣੇ ਮਨ ਮੋਰਚਿਆਂ ਵਿੱਚ ਸੰਭਾਵੀ ਹਮਲਿਆਂ ਤੇ ਜਵਾਬੀ ਕਾਰਵਾਈਆਂ ਦੀ ਤਿਆਰੀ ਕਰ ਰਹੀਆਂ ਹੋਣ। ਸੁੱਖ ਸਾਂਦ ਪੁੱਛੀ ਨਾ ਪੁੱਛੀ ਬਰਾਬਰ ਐਵੇਂ। ਕੌਣ ਖੈਰ ਸੁੱਖ ਦਾ ਭਾਈਵਾਲ ਬਣਦਾ। ਤੇ ਫਿਰ ਜਿੱਥੇ ਮਨਦੀਪ ਆਪਣੇ ਕਾਲੇ ਤੇ ਤੱਕੜ ਸੁਭਾਅ ਨੂੰ ਬਹੁਤਾ ਨਾ ਹੋੜ ਸਕਣ ਤੋਂ ਆਤਿਰ ਸੁਰੀਤ ਨੂੰ ਸਿੱਧਿਆਂ ਹੋ ਟੱਕਰੀ। ਦਾਈਆਂ ਤੋਂ ਕਦੇ ਪੇਟ ਛੁਪੇ ਨੇ? ਸੁਰੀਤ ਤੂੰ ਮਨ ਬਣਾ, ਕੋਈ ਫੈਸਲਾ ਕਰ। ਐਵੇਂ ਕਿੱਥੇ ਪਹੁੰਚੇਗੀ? ਮਨਦੀਪ ਆਪਣੀ ਆਪਣਾ ਤੇ ਚੌਧਰ ਦੇ ਰਲਵੇਂ ਦਾਈਏ ਨਾਲ ਅੱਗਾ ਘੇਰ ਖੜੀ। ਮਨਦੀਪ ਪਿਆਰੇ ਤੇ ਸੁਰੀਤ ਦੀ ਦਰਦਨ ਹੀ ਨਹੀਂ ਗੁਪਤ ਹਮਦਰਦਨ ਵੀ ਸੀ, ਸਾਂਝੀ ਤੇ ਸੱਚੀ। ਪਰ ਹੁਣ ਦੁੱਖ ਦਰਦ ਸਾਂਝੇ ਕਿੱਥੇ ਰਹਿ ਗਏ ਸਨ। ਇੱਕ ਨਾਮਰਾਦ ਈਰਖਾ ਦੀ ਅੱਗ ਸਭ ਕੁਝ ਭਸਮ ਕਰਦੀ ਵਧੀ ਆ ਰਹੀ ਸੀ। ਸੁਰੀਤ ਲਈ ਹੁਣ ਜਾਂ ਕੋਈ ਪਿਆਰੇ ਦਾ ਹਮੈਤੀ ਸੀ ਜਾਂ ਉਸ ਦਾ ਦਰਦੀ। ਵਿੱਚ ਵਿਚਕਾਰਲੇ ਰਾਹ ਉਹ ਬੰਦ ਕਰ ਚੁੱਕੀ ਸੀ। ਮੁੜ ਵਿੰਜੜੇ ਰਾਹੀਂ ਪਰਤਨ ਤੋਂ ਇਨਕਾਰੀ ਸੁਰੀਤ ਕਿਤੇ ਹੋਰ ਪਹੁੰਚ ਗਈ ਸੀ। ਵੱਡੀਏ ਹਮੈਤ ਨੇ, ਮੈਂ ਸਾਰੇ ਫੈਸਲੇ ਕਰ ਚੁੱਕੀ ਹਾਂ। ਉਹੀ ਇੱਥੋਂ ਤੀਕ ਨਹੀਂ ਪਹੁੰਚੀ। ਤੇ ਫਿਰ ਹਰ ਰੋਜ਼ ਨਵੀਆਂ ਅਰਜ਼ੀਆਂ ਕਿਉਂ ਸੁੱਟੀ ਜਾਂਦੀ ਹੈ? ਹਰਖਦਿਆਂ ਮਨਦੀਪ ਨੇ ਘੁਰਕੀ ਦਿੱਤੀ। ਕਿਸੇ ਬਿੱਲੇ ਲਾ ਸੁਰੀਤ, ਬਿੱਲੇ ਲਾ ਕੇ ਹੀ ਛੱਡੂ। ਤੂੰ ਜਮਾ ਰੱਖ। ਪਾਇਆ ਸੀ ਜੱਟੀ ਨਾਲ ਵਾਹ, ਅਜੇ ਇਸ਼ਕ ਵੇਖਿਆ ਜੱਟੀ ਦਾ, ਹੁਣ ਵਾਰ ਵੀ ਚੱਲੇ। ਕਿਹਨੂੰ ਸਜ਼ਾ ਦੇ ਰਹੀ ਏ? ਉਹਨੂੰ ਕਿ ਆਪਣੇ ਆਪ ਨੂੰ? ਸ਼ੋਭਾ ਨਹੀਂ ਦਿੰਦਾ ਚੰਦਰੀਏ। ਮਨਦੀਪ ਮੌਕੇ ਮੋਹ ਦੀਆਂ ਪੈੜਾਂ ਨੱਪਣ ਲੱਗੀ। ਸਿਆਣੀ ਬਣ, ਤੂੰ ਆਪਣੀਆਂ ਸਿਆਣਪਾਂ ਸਾਂਭ ਰੱਖ, ਚਖਾਊਂ ਮਜ਼ਾ ਇਸ ਵੱਡੇ। ਮਨਦੀਪ ਕਚਹਿਰੀ ਵਿੱਚ ਆਸ-ਪਾਸ ਇਨਸਾਫ ਹੱਕ ਲਈ ਦੌੜ ਭੱਜ ਰਹੇ ਬੰਦਿਆਂ ਦੇ ਤੇ ਕਿਤੇ ਕਿਤੇ ਸਿਮਟੀਆਂ ਠਠੰਬਰੀਆਂ ਤੀਵੀਆਂ ਨੂੰ ਨਿਹਾਰਨ ਲੱਗੀ। ਇਸ ਕਾਵਾਂ ਰੋਲੀ 'ਚ ਪਿਆਰਾ ਤੇ ਸੁਰੀਤ ਉਸ ਨੂੰ ਗੁੰਮਦੇ ਗੁਆਚਦੇ ਲੱਗੇ। ਚੈਰੀ ਚਾਕਲੇਟ ਖਾਂਦੀ ਖਾਂਦੀ ਨੇੜੇ ਕੰਧ ਨਾਲ ਕੀੜਿਆਂ ਦੇ ਭੌਣ ਨੂੰ ਭੋਰੇ ਪਾਉਣ ਵਿੱਚ ਪਰਚ ਗਈ। ਨਿੱਕੇ ਨਿੱਕੇ ਭੋਰੇ ਕੀੜੀਆਂ ਵਿਚਕਾਰ ਸੁੱਟਦੀ ਤੇ ਕਈ ਕੀੜੀਆਂ ਆਪਣੇ ਤੋਂ ਕਈ ਗੁਣਾ ਭਾਰੇ ਭੋਰੇ ਨੂੰ ਖਿੱਚ ਤੂ ਖੁੱਡ ਵੱਲ ਤੂੰ ਹੀ ਲਿਜਾਂਦੀਆਂ। ਕਤਾਰ ਤੋੜਦੀਆਂ ਮੁੜ ਜੋੜਦੀਆਂ ਕੀੜੀਆਂ ਆਪਣੇ ਕਦੀਮੀ ਕਾਰੇ ਲੱਗੀਆਂ ਰਹੀਆਂ। ਤੂੰ ਆਖਰ ਚਾਹੁੰਦੀ ਕੀ ਹੈ ਸੁਰੀਤ? ਦੱਸ ਮਰ, ਜੇ ਦੇਵੇਂ ਤਬਾਹ ਕਰ ਦੂ ਦੋਹਾਂ ਨੂੰ।
ਮਨਦੀਪ ਅਜੇ ਵੀ ਅਵੱਲੇ ਮੋਹ ਖੁਰੇ ਦਰਦਾਂ ਦੀ ਦਵਾ ਭਾਲ ਰਹੀ ਸੀ। ਮੈਨੂੰ ਤੇਰੀ ਵਿਚੋਲਗਿਰੀ ਦੀ ਲੋੜ ਨਹੀਂ, ਸਮਝੀ? ਤੂੰ ਆਪਣੀ ਨਿਬੇੜ, ਮੈਂ ਆਪਣੇ ਹਿਸਾਬ ਆਪੇ ਨਿਬੇੜੂ। ਤੈਨੂੰ ਕਦ ਲੋੜ ਸੀ ਵਿਚੋਲਿਆਂ ਦੀ? ਚਾਰੇ ਨੈਣ ਗਵਾਵੜ ਹੋਏ। ਨਾ ਤੂੰ ਘੱਟ ਸੀ ਨਾ ਪਿਆਰਾ। ਸੁਰੀ ਤੂੰ ਹੀ ਮਨ ਛਲ ਕੁੱਟਦਾ ਕਦੇ ਕਦੇ ਤੁਹਾਡੇ ਵੱਲੀ, ਨਹੀਂ ਤੁਸੀਂ। ਮਨਦੀਪ ਦੀ ਦੁੱਖ ਦੀ ਰਗ ਨੱਪੀ ਗਈ। ਸੁਰੀਤ ਵਿਟਰੇ ਬਾਲ ਵਾਂਗ ਵੇਰੀ ਬੈਠੀ ਰਹੀ, ਖਾਮੋਸ਼। ਹੁਣ ਜਾਬਾਂ ਦੇ ਭੇੜ 'ਚ ਪੈਣਾ ਨਹੀਂ ਸੀ ਚਾਹੁੰਦੀ। ਆਪਣੇ ਗੁੱਚਰੇ ਫੈਸਲੇ ਉਹ ਅਦਾਲਤ ਪਹੁੰਚਣੋਂ ਪਹਿਲਾਂ ਹੀ ਕਰ ਚੁੱਕੀ ਸੀ। ਮਨਦੀਪ ਦੀ ਜੀਪ ਦਾ ਡਰਾਈਵਰ ਹੁੰਦੀ ਦੇਰ ਬਾਰੇ ਚੌਕਸੀ ਦਰਸਾਉਂਦਾ ਕੁਝ ਕਦਮ ਦੂਰ ਆ ਖੜਿਆ। ਚੈਰੀ ਉਕਤਾਈ ਅੱਕੀ ਮੰਮੀ ਨਾਲ ਰਿਆੜ ਕਰਨ ਲੱਗੀ। ਮਨਦੀਪ ਕਦੇ ਮਾਸੂਮ ਉਕਤਾਈ ਚੈਰੀ ਦੇ ਸੁਨੱਖੇ ਚਿਹਰੇ ਤੋਂ ਭਵਿੱਖਦੇ ਨਕਸ਼ ਤਲਾਸ਼ਦੀ, ਕਦੇ ਸਰੀਰ ਦੀਆਂ ਅੱਖਾਂ ਉਦਾਲੇ ਵੱਧ ਗਏ ਕਾਲੇ ਘੇਰਿਆਂ ਨੂੰ ਘੂਰਦੀ, ਕਿਸੇ ਸਿਰੇ ਨੂੰ ਟੋਂਦੀ ਰਹੀ। ਉਹ ਬਿਨ ਬੋਲੇ ਨਾਰਾਜ਼ ਉਦਾਸ ਵਿਛੜੀਆਂ, ਮਨੋਂ ਸਾਂਝ ਸੁਨੇਹੇ ਕਿਧਰੇ ਗੁੰਮ ਗਰਕ ਗਏ ਹੋਣ। ਜਿਰਾ ਵੇਲੇ ਜੱਜ ਨੇ ਪਿਆਰੇ ਦੇ ਵਕੀਲ ਨੂੰ 2 ਵਾਰੀ ਟੋਕਿਆ, ਵਰਜਿਆ। ਉਹ ਸਰੀਤ ਨੂੰ ਬਥੇਵੇ ਸਵਾਲ ਪੁੱਛਣ ਲੱਗਾ। ਇਸੇ ਵਕੀਲ ਵਰਿਆਮ ਸਿੰਘ ਸਾਹਨੀ ਨੇ ਉਹਨਾਂ ਦੀ ਕੋਰਟ ਮੈਰਿਜ ਕਰਵਾਈ ਸੀ। ਸਭ ਫਰਜ਼ੀ ਕਾਗਜ਼, ਝੂਠੇ ਗਵਾਹਾਂ ਤੇ ਸਰੀਤ ਨੂੰ ਵਿਖਾਵੇ ਦੀ ਵਿਆਂਦੜ ਕੁੜੀ ਬਣਾ ਕੇ। ਇਸੇ ਕੋਰਟ ਵਿੱਚ 8 ਸਾਲ ਪਹਿਲਾਂ। ਉਹਦੇ ਲਈ ਇਹ ਕੇਸ ਰੋਮਾਂਚਕਾਰੀ ਤਾਂ ਸੀ, ਪਿਆਰੇ ਨਾਲ ਪਿਆਲੇ ਦੀ ਸਾਂਝ ਕਰਕੇ ਇੱਜ਼ਤ ਦਾ ਮਾਮਲਾ ਵੀ ਸੀ। ਅੱਜ ਦੀ ਪੇਸ਼ੀ ਦੀ ਅਗਾਊਂ ਘੇਰਾਬੰਦੀ ਕਰਨ ਲਈ ਪਿਆਰੇ ਦੇ ਵਕੀਲ ਨੇ ਨਵੀਂ ਅਰਜ਼ੀ ਦਵਾ ਕੇ ਅਦਾਲਤ ਵੱਲੋਂ ਬੰਨੇ ਖਰਚੇ ਨੂੰ ਚੁਣੌਤੀ ਦਿੱਤੀ ਸੀ। ਦਾਅਵੇ ਮੁਤਾਬਕ ਸੁਰੀਤ ਖੁਦ ਮਾਸਟਰਨੀ ਲੱਗੀ ਹੋਈ ਸੀ, ਉਸ ਦਾ ਖਰਚਾ ਕਾਹਦਾ? ਇਸ ਦੇ ਖਿਲਾਫ ਸੁਰੀਤ ਦੇ ਵਕੀਲ ਨੇ 2 ਨਵੀਆਂ ਅਰਜ਼ੀਆਂ ਠੋਕੀਆਂ ਸਨ। ਪਹਿਲੀ ਵਧੀ ਮਹਿੰਗਾਈ ਤੇ ਚੈਰੀ ਦੇ ਵਾਧੇ ਪੜ੍ਹਾਈ ਵਗੈਰਾ ਦੇ ਖਰਚੇ ਕਰਕੇ ਮੰਨੀ ਰਕਮ 1100 ਤੋਂ 2000 ਮਹੀਨਾ ਕਰਨ ਲਈ, ਤੇ ਦੂਜੀ ਮੁਵੱਕਲ ਪਿਆਰਾ ਸਿੰਘ ਤੇ ਰੋਕ ਲਾਉਣ ਲਈ। ਉਹ ਸ਼ੱਕੀ ਹਾਲਤ ਵਿੱਚ ਚੈਰੀ ਦੇ ਸਕੂਲ ਗੇਟ ਨੇੜੇ ਘੁੰਮਦਾ ਵੇਖਿਆ ਗਿਆ, ਕੁੜੀ ਨੂੰ ਕਿਡਨੈਪ ਕਰਨ ਦੇ ਇਰਾਦੇ ਨਾਲ। ਸੁਰੀਤ ਦੇ ਕਰੈਕਟਰ ਬਾਰੇ ਵਿਰੋਧੀ ਵਕੀਲ ਦੇ ਭੱਦੇ ਸ਼ਬਦਾਂ ਤੋਂ ਤੈਸ਼ ਵਿੱਚ ਆਉਂਦਿਆਂ ਜੱਜ ਨੇ ਸੁਣਵਾਈ ਰੋਕੀ ਤੇ 5 ਮਹੀਨੇ ਪਿੱਛੋਂ ਦੀ ਕੋਈ ਤਰੀਕ ਪਾ ਅਗਲੇ ਕੇਸ ਦੀ ਮਿਸਲ ਖੋਲ੍ਹ ਲਈ। ਪ੍ਰੇਮ ਜੰਗ ਵਿੱਚ ਸਾਬਕਾ ਪ੍ਰੇਮੀ ਪੂਰੇ ਜੋਸ਼ੋ ਖਰੋਸ਼ ਨਾਲ ਤਣੋ ਮਣੋ ਧਣੋ ਜੁਟੇ ਹੋਏ ਸਨ ਤੇ ਉਹਨਾਂ ਦਾ ਵਕੀਲ ਉਹਨਾਂ ਤੋਂ ਵੀ 4 ਕਦਮ ਅੱਗੇ। ਉਂਝ ਦੋਵੇਂ ਵਕੀਲ ਸ਼ਾਮੀ ਕਲੱਬ ਵਿੱਚ ਸਕਾਚ ਦੀਆਂ ਚੁਸਕੀਆਂ ਲੈਂਦੇ ਪ੍ਰੇਮ ਮਨੋਰੰਜਨ ਕਰਦੇ ਰਹਿੰਦੇ। ਜਨਵਰੀ ਮਹੀਨੇ ਦੀ ਹੱਡ 18ਵੀਂ ਠੰਡ ਵਿੱਚ ਤਰੇਲੀਓਂ ਤਰੇਲੀ ਹੋਈ ਸੁਰੀਤ ਚੈਰੀ ਦਾ ਹੱਥ ਫੜੀ ਕੋਰਟ ਰੂਮ 'ਚੋਂ ਇਉਂ ਨਿਕਲੀ ਜੋ ਅੱਗ ਲੱਗੇ ਮਕਾਨ ਵਿੱਚੋਂ ਮਸੀਂ ਲੱਭੇ ਰਾਹ ਉੱਤੇ ਹੱਫਦਾ ਭੱਜਦਾ ਬਾਹਰ ਨਿਕਲੇ। ਚੈਰੀ ਦੇ ਹਰਾਸੇ ਰੁਆਂਸੇ ਚਿਹਰੇ ਦੇ ਖੌਫ ਖਿਆਲ ਕਿਸੇ ਨਵੀਂ ਵੇਦਨਾ ਦੀ ਥਾਂ ਦੇ ਰਹੇ ਸਨ। ਟਲ ਰਹੇ ਸੂਰਜ ਦੀ ਮਰਨਊ ਧੁੱਪ ਤੇ ਬੇਕਿਰਕ ਅਦਾਲਤੀ ਫਿਜ਼ਾਂ ਨੂੰ ਘੂਰਦੀ ਸੁਰੀਤ ਖੜੇ ਖੜੇ ਵਕੀਲ ਦੀਆਂ ਸਲਾਹਾਂ ਹਦਾਇਤਾਂ ਸੁਣਦੀ ਰਹੀ। ਘਾਬਰੀ ਥੱਕੀ ਅਦਾਲਤੀ ਅਹਾਤਾ ਟੱਪ ਗੇਟ 'ਤੇ ਪਹੁੰਚੀ ਤੇ ਰਿਕਸ਼ੇ ਨੂੰ ਰੋਕਦਿਆਂ ਖੋਰੇ ਕਿਹੜੇ ਕਿਆਫਿਆਂ ਸੰਸਿਆਂ ਵਿੱਚ ਗਿਰੀ ਬੱਸ ਅੱਡੇ ਦਾ ਭਾਅ ਕਰਨ ਲੱਗੀ। ਅੱਧ ਪਚੱਧੀ ਗੱਲ ਸੁਣਾ ਉਹ ਚੈਰੀ ਨੂੰ ਰਿਕਸ਼ੇ 'ਚ ਬਿਠਾਉਣ ਲੱਗੀ ਤਾਂ ਮੰਮੀ ਆਪਣਾ ਸਕੂਟਰ। ਮੰਮੀ ਨੂੰ ਸਕੂਟਰ ਪਿੱਛੇ ਘੁੱਟ ਕੇ ਫੜੀ ਬੈਠੀ ਚੈਰੀ ਉਲਾਮੇ ਭਰੇ ਧੋਖਲੇ ਨਾਲ ਬੋਲੀ, ਮੰਮਾ ਕਿੱਡੀ ਛੇਤੀ ਭੁੱਲ ਜਾਂਦੇ ਹੋ, ਫਿਰ ਸਕੂਲੇ ਭੱਜੇ ਹੁੰਦੇ ਹੋ, ਟਿਫਨ ਲੈ ਮੰਮਾ। ਸੁਰੀਤ ਪਤਾ ਨਹੀਂ ਕਿਸ ਕਸਤੂਰੀ ਦੀ ਭਾਲ ਵਿੱਚ ਇਹਨਾਂ ਰਿਸ਼ਤਿਆਂ ਦੀ ਘੁੰਮਣ ਘੇਰੀ ਵਿੱਚ ਉਲਝਦੀ ਗਈ। ਕੀ ਫੜਨ ਲਈ ਕੀ ਛੱਡਣਾ ਪਿਆ। ਬੰਦਾ ਇਸ ਫੜਨ ਛੁੱਟਣ ਛੱਡਣ ਦੇ ਚੱਕਰ ਵਿੱਚ ਵਿਹਾ ਜਾਂਦਾ ਹੈ ਤੇ ਅੰਤ ਉਹ ਭੁੱਲਣ ਯਾਦ ਕਰਨ ਦੀ ਦਲਦਲ ਵਿੱਚ ਫਸੀ ਪਈ ਸੀ। ਜੋ ਭੁੱਲਣਾ ਚਾਹੁੰਦੀ ਸੀ ਰਹਿ ਰਹਿ ਕੇ ਅੱਖਾਂ ਸਾਹਮਣੇ ਉੱਭਰ ਆਉਂਦਾ ਸੇ ਦੇ ਤੱਕਲੇ ਵਾਂਗ। ਜੋ ਕਰਨ ਗੋਚਰਾ ਹੁੰਦਾ ਉਵੇਂ ਖੜੇ ਖੜਾਇਆ ਭੁੱਲ ਜਾਂਦੀ। ਬਹੁਤ ਕੁਝ ਗੁਆਚਿਆ ਭੁੱਲਿਆ ਉਹ ਭੁੱਲਣਾ ਚਾਹੁੰਦੀ, ਯਾਦ ਕਰਨਾ ਲੋਚਦੀ, ਜੋ ਹੱਥਾਂ 'ਚੋਂ ਰੇਤ ਵਾਂਗ ਕਿਰ ਗਿਆ ਸੀ। ਆਪਣਾ ਘਰ, ਪਿੰਡ, ਖੇਤ, ਘਰ ਦੇ ਜੀਅ, ਗੁੱਡੀ ਹੋਣ ਵੇਲੇ ਦਾ ਸਫ਼ਰ, ਇਸੇ ਉਲਝਣ, ਇਸੇ ਤਲਾਸ਼, ਇਸੇ ਢਾਰਸ ਲਈ ਸ਼ਾਇਦ ਉਹ ਬੱਸ ਅੱਡੇ ਜਾ ਰਹੀ ਸੀ, ਕੰਧ ਦੀ ਓਟ ਤੱਕ, ਤਾਂ ਕਿ ਉਹ ਪਿਆਰੇ ਨਾਲ ਲੜੀ ਜਾ ਰਹੀ ਪ੍ਰੇਮ ਜੰਗ ਜਿੱਤ ਸਕੇ। ਕਦੇ ਕਦਾਈ ਨਿੱਕਾ ਭਰਾ ਬਚਪਨੀ ਮੋਹ ਪਿਆਰ ਦਾ ਉਦਰਿਆ ਘਰਦਿਆਂ ਤੋਂ ਚੋਰੀ ਛੁਪੇ ਮਿਲ ਜਾਂਦਾ ਸੀ। ਦੱਸਦਾ ਰਹਿੰਦਾ ਦਾਦੀ ਉਸ ਨੂੰ ਯਾਦ ਕਰ ਹਮੇਸ਼ਾ ਅੱਖਾਂ ਭਰ ਲੈਂਦੀ ਹੈ।
ਸੁਰੀਤ ਨੇ ਸ਼ੁਕਰ ਕੀਤਾ ਉਸਨੂੰ ਆਪਣੇ ਪਿੰਡ ਦੀ ਸਿੱਧੀ ਬੱਸ ਮਿਲ ਗਈ। 2 ਕੁ ਘੰਟੇ ਦਾ ਸਫ਼ਰ ਸੀ। ਸਿਆਲੂ ਦਿਨ ਬਸ ਛਲਾਵਾ ਹੀ ਹੁੰਦੇ ਨੇ। ਬੈਠਿਆਂ ਸਾਰ ਸੁਰੀਤ ਨੇ ਸਵਾਰ ਕੇ ਸ਼ਾਲ ਦੀ ਬੁੱਕਲ ਮਾਰੀ ਤੇ ਚੈਰੀ ਨੂੰ ਵੱਖੀ ਨਾਲ ਲਾ ਪੋਲਾ ਪੋਲਾ ਘੁੱਟਿਆ। ਚੈਰੀ ਸ਼ੀਸ਼ੇ ਨੇੜੇ ਬਾਹਰਲੀ ਸੀਟ ਤੇ ਬੈਠਣ ਲਈ ਰਿਆੜ ਕਰਦੀ ਬੈਠੀ ਸੀ ਤੇ ਸ਼ੀਸ਼ੇ ਨੇੜਲੀ ਸੀਟ ਤੇ ਬੈਠਾ ਸਿਆਣਾ ਬਿਆਣਾ ਬੰਦਾ ਬਾਹਰਲੇ ਦ੍ਰਿਸ਼ ਵੇਖਣ ਵਿੱਚ ਮਸ਼ਰੂਫ ਹੋਣ ਦਾ ਬਹਾਨਾ ਬਣਾਈ ਬੈਠਾ ਸੀ। ਪਰਸ ਚੋਂ ਬਿਸਕੁਟਾਂ ਦਾ ਪੈਕਟ ਕੱਢ ਉਹ ਚੈਰੀ ਨੂੰ ਪਰਚਾਉਣ ਦੀ ਕੋਸ਼ਿਸ਼ ਕਰਨ ਲੱਗੀ। ਚਿੜੀ ਥੱਕੀ ਓਦਰੀ ਚੈਰੀ ਮੰਮੀ ਦੀ ਗੋਦੀ 'ਚ ਸਿਰ ਸੁੱਟ ਸੁਸਤਾਉਂਦੀ ਸੌ ਗਈ। ਬਾਹਰ ਪੱਸਰ ਦੇ ਠੰਡੇ ਹਨੇਰੇ ਤੇ ਅੰਦਰ ਪੱਲਰ ਦੇ ਖੋਫ ਤੋਂ ਖਹਿੜਾ ਛਡਾਉਂਦੀ ਸੁਰੀਤ ਮਨ ਦੀਆਂ ਪੌੜੀਆਂ ਉਤਰਨ ਲੱਗੀ। ਇਸੇ ਰਾਹੇ ਯੂਨੀਵਰਸਿਟੀ ਵੱਲ ਜਾਂਦਿਆਂ ਉਸ ਕਿੰਨੇ ਹਸੀਨ ਖ਼ੁਆਬ ਬੁਣੇ ਸਨ, ਕਿੰਨੇ ਪਿਆਰੇ, ਕਿੰਨੇ ਨਿਆਰੇ, ਕਿੰਨੇ ਸੁਬਕ। ਘਰੋਂ ਉਡਾਰੀ ਮਾਰਦਿਆਂ ਉਸ ਕਿਸੇ ਹਰੇ ਕਚੂਰ ਫੁੱਲਾਂ ਲੱਦੇ ਸਦਾ ਬਹਾਰ ਬਿਰਖ ਦੀ ਝੋਲਵੀਂ ਸ਼ਾਖ ਤੇ ਆਲਣੇ ਤੇ ਤਸੱਵਰ ਸਿਰਜੇ ਸਨ। ਬੇਫਿਕਰ ਸੁੱਖਾਂ ਲੱਦੀ ਜ਼ਿੰਦਗੀ ਦੇ, ਹਮਵਾਰ ਸਫ਼ਰ ਦੇ, ਤਦੇ ਮਲਕੜੇ ਪਿਆਰੇ ਦੇ ਕਾਮਰੇਡੀ, ਸੰਜੀਦਗੀ, ਦੁਨੀਆਦਾਰੀ, ਸਿਆਣਪ ਤੇ ਹੁਸੀਨ ਮੰਜ਼ਲ ਦੇ ਝਲਕਾਰਿਆਂ ਨੇ ਉਸ ਨੂੰ ਮੰਤਰ ਮੁਗਧ ਕਰ ਲਿਆ। ਇੰਨੇ ਜੋਸ਼ ਨਾਲ ਡੁੱਲ ਪੈਂਦੇ ਸ਼ੌਂਕ ਨਾਲ, ਮੂੰਹ ਆਏ ਚਾਵਾਂ ਮਲਹਾਰਾਂ ਨਾਲ, ਜੀਨ ਤੀਨ ਦੇ ਉਸ ਦੇ ਮਚਲਦੇ ਖ਼ੁਆਬ ਸਿਰ ਚੁੱਕ ਖਲੋਤੇ। MA ਦੇ ਪਹਿਲੇ ਸਾਲ ਬਾਈਕਾਟ ਕੀਤੇ ਪੇਪਰ ਨੂੰ ਮੁੜ ਕਰਾਉਣ ਲਈ ਵਿੱਢੇ ਸੰਘਰਸ਼ ਦਰਮਿਆਨ ਉਹਨਾਂ ਦੀ ਮਿਸਾਲੀ ਏਕਤਾ ਸਥਾਪਿਤ ਹੋ ਗਈ। ਉਛੋਪਲੇ ਸਰੀਰ ਦੇ ਸੁਪਨੇ ਹਾਰੇ ਮਨ ਨੇ ਪਿਆਰੇ ਦੇ ਪਿਆਰ ਦੀ ਕ੍ਰਾਂਤੀਕਾਰੀ ਅਗਵਾਈ ਤਸਲੀਮ ਕਰਦਿਆਂ ਨਵੇਂ ਸੁਰ ਸੰਗੀਤ ਸਿਰਜ ਲਏ। ਪਿਆਰਾ ਦੋਹਾਂ ਫਰੰਟਾਂ ਤੇ ਜੇਤੂ ਨਿਕਲਿਆ, ਪੇਪਰ ਤੇ ਪਿਆਰ। ਜਦੋਂ ਸੁਰੀਤ ਯੂਨੀਵਰਸਿਟੀ ਤੋਂ ਛੁੱਟੀਆਂ ਵਿੱਚ ਘਰ ਆਉਂਦੀ, ਉਹਦਾ ਘਰ ਦਿਲ ਨਾ ਲੱਗਦਾ। ਘਰ ਦੇ ਜੀ ਉਸ ਨੂੰ ਕੋਈ ਨੀਰਸ ਪਛੜਿਆ ਜੀਵਨ ਬਤੀਤ ਕਰਦੇ ਭਾਸਦੇ। ਇੱਕ ਬੇਸੁਰਾ ਰਾਗ, ਇੱਕ ਦੁਨੀਆਦਾਰੀ ਦਾ ਰੱਚੜ ਕਾਰੋਬਾਰ। ਉਹ ਖੁੱਲ੍ਹੇ ਅਸਮਾਨ ਵਿੱਚ ਤਾਰੀਆਂ ਲੋਟਣੀਆਂ ਖਾ ਕੇ ਪਰਿੰਦੇ ਮਾਨਦ ਸਾਰੀ ਕਾਇਨਾਤ ਨੇ ਇੱਕੋ ਸਾਹੇ ਡੀਕ ਜਾਣਾ ਲੋਚਦੀ, ਜਿਸ ਲਈ ਉਸ ਦਾ ਘਰ ਦੇ ਜੀ, ਉਹਨਾਂ ਦਾ ਕਾਰ ਵਿਹਾਰ ਹੇਚ ਸਨ ਤੇ ਉਹ ਮਨੋ ਮਣੀ ਨਵੇਂ ਸੰਸਾਰ ਵੱਲ ਖਿੱਚੀ ਚਲੀ ਗਈ, ਪਿਆਰ ਸੰਸਾਰ ਵੱਲ। ਅੱਜ 8 ਸਾਲਾਂ ਬਾਅਦ ਉਹ ਪਿੱਛਲ ਪੈਰੀ ਮੁੜਦੀ ਪਤਾ ਨਹੀਂ ਕਿਹੜੀ ਮੰਜ਼ਿਲ ਦੀ ਤਲਾਸ਼ ਵਿੱਚ ਸੀ। ਸੁਰੀਤ ਨੂੰ ਕੋਰਟ ਮੈਰਿਜ ਦਾ ਜੋਸ਼ੀਲਾ ਫੈਸਲਾ ਯਾਦ ਆਇਆ ਤਾਂ ਉਸ ਦੇ ਮਨ ਵਿੱਚ ਘਰ ਦੇ ਜੀਆਂ ਨੇ ਆਣ ਝੁਰਮਟ ਪਾਇਆ। ਉਸ ਦੀ ਹਮਰਾਜ ਸਿਰਫ ਦਾਦੀ ਸੀ। ਘਰ ਵਿੱਚ ਉਹ ਦਾਦੀ ਨਾਲ ਮਨ ਦੀਆਂ ਬਾਤਾਂ ਪਾ ਲੈਂਦੀ, ਭਾਵੇਂ ਦਾਦੀ ਆਪ ਘੱਟ ਵੱਧ ਹੀ ਖੁੱਲ੍ਹਦੀ, ਪਰ ਉਹ ਸੁਰੀਤ ਦੀ ਪੁੱਜ ਕੇ ਪੈਰਵੀ ਕਰਦੀ। ਜਦੋਂ ਘਰ ਗੱਲ ਖੁੱਲ੍ਹੀ ਤਾਂ ਤੂਫਾਨ ਉੱਠ ਖੜਾ ਹੋਇਆ। ਪਿਆਰੇ ਦਾ ਰਾਜਪੂਤ ਚੌਹਾਨ ਹੋਣਾ ਸਭ ਤੋਂ ਵੱਡਾ ਬਹਾਨਾ ਬਣਿਆ। ਬਾਪ ਤੇ ਵੱਡੇ ਭਰਾ ਦੇ ਧੌਂਸ ਡਰਾਵੇ ਸੁਰੀਤ ਨੂੰ ਮੌਤ ਦਾ ਪੈਗਾਮ ਜਾਪੇ, ਉਸ ਦੇ ਪਿਆਰ ਦੇ ਜਾਨਲੇਵਾ। ਦਾਦੀ ਨੇ ਬਥੇਰੀ ਕੋਸ਼ਿਸ਼ ਕੀਤੀ ਮਾਮਲਾ ਨਿਬੇੜਨ ਦੀ, ਪਰ ਦੋਵੇਂ ਧਿਰਾਂ ਅੜ ਖਲੋਤੀਆਂ। ਸੁਰੀਤ ਕਿਹੜਾ ਘੱਟ ਸੀ, ਉਹ ਵੀ ਆਖਰ ਉਸੇ ਲੰਬੜਦਾਰ ਦੀ ਧੀ ਸੀ, ਜੱਟੀ ਸੀ। ਹੜਿਆਏ ਪ੍ਰੇਮੀਆਂ ਨੇ ਸਭ ਦੀਵਾਰਾਂ ਤੋੜ ਘਰਦਿਆਂ ਦੀ ਖੂੰਖਾਰ ਖਿਲਾਫਤ ਤੋਂ ਲੁਕ-ਛਿਪ ਕੋਰਟ ਮੈਰਿਜ ਜਾ ਕਰਵਾਈ। ਪਟਿਆਲੇ ਦੇ ਇੱਕ ਪੁਰਾਣੇ ਮੁਹੱਲੇ ਦੀ ਤੰਗ ਗਲੀ ਵਿੱਚ ਇੱਕ ਕਮਰਾ ਕਿਰਾਏ ਤੇ ਲੈ ਸੁਪਨਮਈ ਸੰਸਾਰ ਸਿਰਜਣ ਲੱਗੇ। ਤੇ ਫਿਰ 3 ਸਾਲਾਂ ਦੇ ਪਿਆਰ ਵਿਆਹ ਦੇ ਸਫ਼ਰ ਨੂੰ ਅਦਵਾਟੇ ਛੱਡ ਉਹ ਇੱਕ ਦਿਨ 2 ਸਾਲਾਂ ਦੀ ਨਤਾਲਿਆ ਨੂੰ ਉਂਗਲ ਲਾ ਉਸ ਕਮਰਾਨੁਮਾ ਘਰ ਨੂੰ ਅਲਵਿਦਾ ਆਖ ਆਈ। ਹੁਣ ਉਹ 5 ਸਾਲਾਂ ਤੋਂ ਇਕੱਲੇ ਰਹਿ ਕੇ ਪਿਆਰ ਜੰਗ ਦੇ ਮੋਰਚੇ ਸੰਭਾਲੀ ਬੈਠੇ ਹਨ। ਸੁਰੀਤ ਤੇ ਪਿਆਰਾ ਦੋਹਾਂ ਨੇ MA ਦੇ ਦੂਜੇ ਸਾਲ ਦੇ ਪੇਪਰਾਂ ਦਰਮਿਆਨ ਹੀ ਕੋਰਟ ਮੈਰਿਜ ਕਰਵਾ ਲਈ। ਜੇ ਸੁਰੀਤ ਪੇਪਰ ਦੇ ਪਿੰਡ ਚਲੀ ਜਾਂਦੀ ਤਾਂ ਨਵੇਂ ਰਫੜਾਂ ਦਾ ਡਰ ਸੀ। ਮੈਰਿਜ ਕਰਵਾ ਮੁੜ ਘਰ ਜਾਣਾ ਸੁਰੀਤ ਨੂੰ ਦਰਕਾਰ ਸੀ। ਵੱਡੇ ਖਤਰੇ ਸਨ। ਪ੍ਰੇਮੀ ਇਹੋ ਜਿਹੇ ਖਤਰੇ ਸਹੇੜਨੇ ਗਵਾਰਾ ਨਹੀਂ ਕਰਦੇ। ਉਂਝ ਵੀ ਇਸ ਮੱਚ ਦੀ ਉਮਰੇ ਵਿਛੜਨਾ ਕਿਹੜਾ ਸੌਖਾ ਹੈ, ਤੇ ਉਹਨਾਂ ਪਿਆਰ ਘਰ ਵਸਾ ਲਿਆ। ਤਦੇ ਚੈਰੀ ਨੀਂਦ ਚੋਂ ਬਰੜਾ ਉੱਠੀ। ਡੈਡੀ ਪਤਾ ਨਹੀਂ ਉਹ ਡਰ ਕੇ ਤ੍ਰਹਿ ਉੱਠੀ ਜਾਂ ਡੈਡੀ ਉਸ ਨੂੰ ਚਾਹੀਦਾ ਸੀ। ਪਹਿਲਾਂ ਹੀ ਚੰਬੀ ਚਿੜੀ ਸੁਰੀਤ ਲਈ ਹੋਰ ਵਿਨਵੇਂ ਖੌਫ ਸਨ। ਉਸ ਚੈਰੀ ਨੂੰ ਚੁੱਕ ਗੋਦ ਬਿਠਾਇਆ ਤੇ ਪਲੋਸਣ ਦੁਲਾਰਨ ਲੱਗੀ। ਚੈਰੀ ਬੇਟਾ। ਨਮ ਅੱਖੀਓਂ ਚੈਰੀ ਦਾ ਮੱਥਾ ਚੁੰਮਦੀ ਉਸ ਨੂੰ ਪਲੋਸਦੀ ਸਵਾਲਦੀ ਰਹੀ ਤੇ ਖੁਦ ਪਿੰਡ ਤੇ ਪਿਆਰ ਦੇ ਘਰ ਦੇ ਵਿਆਹ ਦੇ ਉੱਜੇ ਤਾਣਿਆਂ ਦੀਆਂ ਕੀਚੀਆਂ ਤੰਦਾਂ ਸਿੱਧੀਆਂ ਕਰਨ ਦਾ ਆਹਰ ਕਰਦੀ ਰਹੀ। ਸੁਰੀਤ ਦੇ ਮਨ ਵਿੱਚ ਦਾਦੀ ਆਪਣੇ ਹਿਫਾਜ਼ਤੀ ਬੋਲਾਂ ਸਮੇਤ ਪ੍ਰਗਟ ਹੋਈ ਤੇ ਦਾਦੀ ਪਿੱਛੇ ਲਾਲ ਪੀਲਾ ਹੋਇਆ ਬਾਪ ਤੇ ਖੂਨੀ ਅੱਖਾਂ ਕੱਢੀ ਵੱਡਾ ਭਰਾ ਦਿਸੇ। ਪਿਆਰਾ, ਬਾਪ, ਭਰਾ, ਕਿੰਨੇ ਸਾਰੇ ਅਕਸ
ਆਪਸ ਵਿੱਚ ਉਲਝਦੇ ਰਹੇ ਸੁਰੀਤ ਕਰਕੇ। ਮਨਦੀਪ ਆਖਰ ਇੰਨੀ ਤੋ ਕਿਉਂ ਸੀ ਸੁਲ੍ਹਾ ਕਰਾਉਣ ਨੂੰ? ਕੀ ਇਹ ਪਿਆਰੇ ਦੀ ਕੋਈ ਚਾਲ ਹੈ? ਉਹਨੂੰ ਪਤਾ ਹੈ ਮੈਂ ਉਸ ਕੋਲ ਜਾਣਾ ਤਾਂ ਨਹੀਂ। ਐਵੇਂ ਪੈ ਲੈ ਕੇ ਤਲਾਕ ਕਦਾਚਿਤ ਨਹੀਂ। ਜੇ ਉਹਨੂੰ ਤਲਾਕ ਦੇਤਾ ਉਹ ਤਾਂ ਉਸ ਰੰਡੀ ਨਾਲ ਘਰ ਵਸਾ ਕੇ ਬਹਿ ਜਾਊ। ਦਿੰਨੀਆਂ ਬਹਿਣ। ਉਂਝ ਮਨਦੀਪ ਨਾਲ ਇੰਨਾ ਰੁੱਖਾ ਨਹੀਂ ਸੀ ਹੋਣਾ ਬਣਦਾ। ਉਹ ਵਿਚਾਰੀ ਤਾਂ ਹੇਜ ਦੀ ਮਾਰੀ ਉਹ ਦੇੜ ਬੁਣ ਕਰਦੀ ਰਹਿੰਦੀ ਆ। ਉਦੋਂ ਤਾਂ ਬਸ ਜੇ ਕਿਤੇ ਪਿਆਰਾ ਰਤਾ, ਜੇ ਪ੍ਰਧਾਨ ਉਹਦੇ ਨਾਲ ਨਾ ਹੁੰਦੀ ਤਾਂ ਤਦ ਵੀ ਉਦੋਂ ਹੋਰ ਗੱਲ ਸੀ। ਪਰ ਹੁਣ ਇੱਕ ਵੇਰਾ ਮਨਦੀਪ ਨੇ ਜਮਾਤੀ ਮਿੱਤਰਾਂ ਨਾਲ ਚੋਰੀਆਂ ਘੁਸਰ ਮੁਸਰ ਕਰ ਦੋਹਾਂ ਨੂੰ ਬਿਨਾਂ ਪੁੱਛੇ ਡਾਕਟਰ ਦੇਵ ਦੇ ਯੂਨੀਵਰਸਿਟੀ ਫਲੈਟ ਵਿੱਚ ਸੁਲ੍ਹਾ ਮੀਟਿੰਗ ਬੁਲਾਈ। ਅਜੇ ਸੁਰੀਤ ਨੂੰ ਪਿਆਰੇ ਨੂੰ ਛੱਡਿਆਂ 6 ਮਹੀਨੇ ਹੋਏ ਸਨ। ਕੋਰਟ ਕੇਸ ਤਾਂ ਸੁਰੀਤ ਨੇ ਬਾਅਦ ਵਿੱਚ ਕੀਤਾ ਸੀ। ਫਲੈਟ 'ਚ ਵੜਦੀ ਮਨਦੀਪ ਨੇ ਸੁਰੀਤ ਨੂੰ ਟਕੋਰ ਮਾਰੀ। ਹੈ ਨਹੀਂ ਭੈੜੀਏ ਸੁਰੀਤੜੀਏ, ਨਤਾਲਿਆ ਨੂੰ ਲਈ ਆਉਂਦੀ, ਅਸੀਂ ਵੀ ਰੂਸੀ ਕ੍ਰਾਂਤੀ ਦਾ ਮੂੰਹ ਵੇਖ ਲੈਂਦੇ। ਉਦੋਂ ਸੁਰੀਤ ਨੇ ਨਤਾਲਿਆ ਨੂੰ ਚੈਰੀ ਨਹੀਂ ਸੀ ਬਣਾਇਆ। ਸਾਰੇ ਖਿੜਖਿੜਾ ਕੇ ਹੱਸ ਪਏ, ਪਰ ਸੁਰੀਤ ਨਾ ਹੱਸੀ। ਉਹਦੇ ਨਾਲ ਉਸਦੀ ਕਲੀਗ ਤੇ ਨਵੀਂ ਬਣੀ ਸਹੇਲੀ ਗੁਰਕਿਰਪਾਲ ਕੌਰ ਸੰਧੂ ਸੀ, ਜਿਸ ਨੇ ਘਰ ਵਾਲੇ ਨੂੰ ਤਾਜ਼ਾ ਤਲਾਕ ਦਿੱਤਾ ਸੀ। ਮੂੰਹ ਤੇ ਸਾਰੇ ਉਸਨੂੰ ਪ੍ਰਧਾਨ ਜੀ ਬੁਲਾਉਂਦੇ ਤੇ ਪਿੱਠ ਪਿੱਛੇ ਮੁੱਛਾਂ ਵਾਲੀ ਪ੍ਰਧਾਨ। ਉਹ ਮੁਲਾਜ਼ਮ ਇਸਤਰੀ ਵਿੰਗ ਦੀ ਉੱਭਰੀ ਧੜੱਲੇਦਾਰ ਨੇਤਾ ਸੀ ਓਨੀ ਦਿਨੀ। ਪਿਆਰਾ ਉਸ ਦਿਨ ਘੱਟ ਹੀ ਬੋਲਿਆ। ਪਤਾ ਨਹੀਂ ਉਹਦਾ ਕਿਹੜਾ ਨਵਾਂ ਪੈਂਤੜਾ ਸੀ। ਪੁੱਛਣ ਤੇ ਇਹੀ ਕਹਿ ਛੱਡਦਾ, ਜਿਵੇਂ ਠੀਕ ਸਮਝੋ, ਮੈਂ ਤਿਆਰ ਹਾਂ, ਸੁਰੀਤ ਨੂੰ ਪੁੱਛ ਲਓ। ਜਮਾਤੀ ਮਿੱਤਰ ਮਿੰਦਰ ਅੱਕ ਕੇ ਕੁੱਦ ਕੇ ਪਿਆ। ਕਾਹਦੇ ਲਈ ਤਿਆਰ ਹੋ ਪਰਵਾਨਾ ਜੀ? ਮੁੜ ਇਕੱਠੇ ਹੋਣ ਲਈ ਜਾਂ ਤਲਾਕ ਲਈ? ਪਿਆਰੇ ਦਾ ਪੂਰਾ ਨਾਂ ਪਿਆਰਾ ਸਿੰਘ ਪਰਵਾਨਾ ਸੀ। ਉਦੋਂ ਜਦੋਂ ਨਜ਼ਮਾਂ ਗਜ਼ਲਾਂ ਲਿਖਦਾ ਸੀ ਤਾਂ ਪਰਵਾਨਾ ਤਖੱਲਸ ਕਿਵੇਂ ਨਾ ਕਿਵੇਂ ਅੰਤਲੀ ਸਤਰ ਵਿੱਚ ਜ਼ਰੂਰ ਘਸੋੜਦਾ। ਕਿਤੇ ਉਹ ਸਭ ਦਾ ਨੇਤਾ ਹੁੰਦਾ ਸੀ, ਮੋਹਰੀ। ਹੁਣ ਮੰਚ ਤੋਂ ਕਟਹਿਰੇ ਵਿੱਚ ਖੜਨਾ ਕਿਹੜਾ ਚੱਲਿਆ ਜਾਂਦਾ। ਭਾਸ਼ਣ ਝਾੜਨ ਤੋਂ ਦੋਸ਼ ਸੁਣਨ ਦਾ ਇਹ ਪਿਆਰ ਸਫ਼ਰ ਪਿਆਰੇ ਲਈ ਮਰਨ ਮਿੱਟੀ ਹੋਣ ਵਾਲਾ ਸੀ। ਉਹ ਚੁੱਪ ਹੀ ਰਿਹਾ। ਸੁਰੀਤ ਤੂੰ ਹੀ ਖੋਲ ਕੁੰਡੀ, ਕਿਸੇ ਤਣ ਪੱਤਨ ਲੱਗੀ ਏ। ਮਿੰਦਰ ਨੇ ਆਪਣਤ ਨਾਲ ਸੁਰੀਤ ਨੂੰ ਸੱਦਾ ਦਿੱਤਾ। ਕਿਹੜਾ ਤਣ ਪੱਤਨ? ਇਹ ਤਾਂ ਹੋਰ ਕਰੀ ਬੈਠਾ। ਕੋਈ ਕਸਰ ਬਾਕੀ ਹੈ? ਪਾਣੀ 'ਚ ਮਧਾਣੀ ਪਾਉਣ ਦਾ ਕੋਈ ਫਾਇਦਾ? ਇਹ ਖਬਰ ਪਿਛਲੇ ਹਫ਼ਤੇ ਮੁੱਛਾਂ ਵਾਲੇ ਪ੍ਰਧਾਨ ਨੇ ਸੁਰੀਤ ਨੂੰ ਦੱਸੀ ਸੀ। ਸੁਰੀਤ ਪੋਟਾ ਵਿਲਕ ਉੱਠੀ ਸੀ। ਤੂੰ ਵਧੀਕੀ ਕਰ ਰਹੀ ਹੈ ਸੁਰੀਤ, ਤੈਨੂੰ ਕਿਸੇ ਗੁੰਮਰਾਹ ਕੀਤਾ ਹੈ। ਮਨਦੀਪ ਪਤਾ ਨਹੀਂ ਕਿਉਂ ਸਫਾਈ ਦੇਣ ਲੱਗੀ। ਹਾਂ, ਭੁਲੇਖੇ ਤਾਂ ਮੈਨੂੰ ਹੀ ਲੱਗਦੇ ਨੇ। ਭਰੀ ਪੀਤੀ ਸੁਰੀਤ ਕੁਰਲਾ ਉੱਠੀ। ਮਿੰਦਰ ਨੂੰ ਪਤਾ ਨਹੀਂ ਕੀ ਸੁੱਝੀ। ਸੁਰੀਤ ਤੂੰ ਮਨਦੀਪ ਵਾਲੀ ਵੇਖ, ਕਿਵੇਂ ਘਰ ਸਾਂਭੀ ਬੈਠੀ ਏ, ਕਦੇ ਧੂੰ ਨਹੀਂ ਕੱਢਿਆ। ਭਾਵੇਂ ਕਾਕਾ ਜੀ ਪੁੱਜ ਕੇ ਵਿੱਚੇ ਗੱਲ ਪਲਟਦਿਆਂ 13 ਫੇਲ ਹੀ ਨੇ। ਮਿੰਦਰ ਨੇ ਖਚਰੀ ਮੁਸ਼ਕਣੀ ਦੇਵ ਨੂੰ ਚੜਾਇਆ ਤੇ ਮਨਦੀਪ ਨੂੰ ਆਰ ਲਾਈ। ਪੜ੍ਹਦੇ ਵੇਲੇ ਮਨਦੀਪ ਦੇਵ ਤੇ ਫਿਦਾ ਸੀ। ਪੁੱਜ ਕੇ ਹਸੀਨ ਤੇ ਹੁੰਦਲ ਹੇੜ ਖਾਂਦੇ ਪੀਂਦੇ ਰਈਸ ਕਰਦੀ ਮਨਦੀਪ। ਪੜ੍ਹਨ ਤੋਂ ਬਾਅਦ ਬਣਨ ਫੱਬਣ ਤੇ ਧੜਕ ਮੜਕ ਨਾਲ ਜੀਣ ਦੀ ਸ਼ੌਕੀਨ। ਪਰ ਦੇਵ ਇਹਨਾਂ ਗੱਡੀਆਂ ਦਾ ਬੈਲ ਨਹੀਂ ਸੀ। ਜਿਸ ਉਮਰ ਬਾਂਕੇ ਗੱਭਰੂ ਪ੍ਰੇਮ ਪੱਤਰ ਲਿਖਦੇ ਲਿਖਵਾਉਂਦੇ ਨੇ, ਦੇਵ ਖੋਜ ਪੱਤਰ ਲਿਖਣ ਲੱਗਾ। ਤੈਂ ਡਿਗਰੀਆਂ ਤੋਂ ਟਿੰਡੀਆਂ ਲੈਣੀਆਂ ਨੇ? ਆ ਦੋਵੇਂ। ਉਹ ਪਿਆਰੇ ਤੇ ਸੁਰੀਤ ਵੱਲ ਸੱਜੇ ਹੱਥ ਦੀ ਨਗ ਜੜੀ ਮੁੰਦਰੀ ਵਾਲੀ ਉਂਗਲ ਲਹਿਰਾਉਂਦੀ ਧਮਕੀ। 16 ਜਮਾਤਾਂ ਪੜ੍ਹੇ ਨੇ, ਪਿਆਰ ਵਿਆਹ ਕਰਵਾ ਕੇ ਹੁਣ ਉਜੜੇ ਫਿਰਦੇ ਨੇ। ਤੇ ਉਸ ਲੱਗੇ ਹੱਥੀ ਦੇਵ ਨੂੰ ਵੀ ਨਹੀਂ ਆਉਂਦਾ ਪਾਇਆ। ਪੁਰਾਣੀ ਰੜਕ ਕੱਢੀ। ਵੱਡਾ ਡਾਕਟਰ, 32 ਜਮਾਤਾਂ ਪੜ੍ਹਿਆ। ਆ ਕੰਪਿਊਟਰ ਲਿਆ ਰੱਖਿਆ ਜਨਾਨੀ ਦੀ ਥਾਵੇਂ। ਬੰਦੇ 'ਚ ਜੀਣ ਦੀ ਹਿੰਮਤ ਚਾਹੀਦੀ ਹੈ, ਵਲਵਲਾ ਚਾਹੀਦਾ। ਰੱਕੜਾਂ 'ਚ ਫੁੱਲ ਉਗਾਉਂਦੇ ਨੇ, ਨਹੀਂ ਖਿੜੇ ਖੜਾਏ ਗੁਲਸ਼ਨ ਮੁਰਝਾ ਜਾਂਦੇ ਨੇ। ਮੇਰੀ ਜਾਣੇ ਜੁੱਤੀ ਆਪਾਂ ਕਿਸੇ ਤੋਂ ਘੱਟ ਨਹੀਂ। ਤੇ ਉਹ ਭਰਵੇਂ ਰੋਬ ਨਾਲ ਗਿੱਠ ਉੱਚੀ ਹੋ ਬੈਠੀ। ਸਾਰੇ ਠਾਕਾਂ ਮਾਰ ਕੇ ਹੱਸਦੇ ਮਨਦੀਪ ਦੀ ਜੁਰਤ ਤੇ ਅੰਦਰਲੇ ਭੇਤ ਮਾਨ ਦੇ ਗਦਗਦ ਹੋ ਉੱਠੇ। ਪਿੰਡ ਨੇੜੇ ਆਉਣ ਕਰਕੇ ਸੁਰੀਤ ਚੈਰੀ ਨੂੰ ਜਗਾਉਣ ਲੱਗੀ। ਉਹ ਕੂਕੀ 'ਚੋਂ ਊਂ ਕਰਦੀ ਫਿਰ ਸੌਂ ਗਈ। ਗੱਲ ਤਾਂ ਕਿਸੇ ਸਿਰੇ ਨਹੀਂ ਸੀ ਚੜੀ। ਸੁਰੀਤ ਉਦੋਂ ਮੰਝਦਾਰ ਵਿੱਚ ਸੀ। ਜੇ ਕਿਤੇ ਪਿਆਰਾ ਆਪਣੇ ਖੋਲ 'ਚੋਂ ਬਾਹਰ ਨਿਕਲ ਉਸ ਨੂੰ ਸੱਚੀ ਦੱਸ ਦਿੰਦਾ ਤਾਂ ਸ਼ਾਇਦ ਉਂਝ ਮੁੱਛਾਂ ਵਾਲੀ ਪ੍ਰਧਾਨ ਨੇ ਗੱਲ ਕਿਸੇ ਤਨ ਪਤਨ ਲੱਗਣ ਵੀ ਨਾ ਦਿੱਤੀ। ਤੇ ਫਿਰ ਚੱਲ ਸੋ ਚੱਲ। ਘਰ ਪਹੁੰਚਦੀ ਸੁਰੀਤ ਨੂੰ ਵਾਹਵਾ ਹਨੇਰਾ ਹੋ ਗਿਆ। ਦੋਵੇਂ ਬਘਿਆੜੀ ਕੁੱਤੇ ਅਗਲਵਾਂਢੀ ਬਹੂ ਕਰਦੇ ਵੱਢਣ ਪਏ। ਬਿਨਾਂ ਇਤਲਾਹ ਬਿਨਾਂ ਸਮਾਨ ਦੇ ਸੁਰੀਤ ਨੂੰ ਬਾਹਰਲਾ ਗੇਟ ਲੰਘ ਚੈਰੀ ਨਾਲ ਅੰਦਰ ਆਉਂਦਿਆਂ ਵੇਖ ਰੋਟੀਆਂ ਪਕਾਉਂਦੀ ਨਿੱਕੀ ਭਾਬੀ ਦੇ ਉਸਾਨ ਮਾਰੇ ਗਏ। ਅੱਬੜਵਾਹੀ ਉੱਠ ਹੱਥਲੇ ਪੇੜੇ ਨੂੰ ਪਰਾਤ ਵਿੱਚ ਸੁੱਟਦਿਆਂ ਉਹ ਅਗਲਵਾਂਢੀ ਹੋ ਮਿਲੀ।
ਖਤਰੇ ਤੇ ਭੈ ਮਿਲੀ ਹੈਰਾਨੀ ਤੇ ਖੁਸ਼ੀ ਨਾਲ ਉਹ ਇਹ ਕਹਿੰਦਿਆਂ ਸੁਰੀਤ ਨੂੰ ਘੁੱਟ ਜੱਫੀ ਪਾਈ। ਹੈ ਸੁਰੀਤ, ਇਸ ਵੇਲੇ ਸੁੱਖ ਹੈ? ਫੋਨ ਕਰ ਦਿੰਦੀ। ਉਹ ਸਿਆਲੂ ਦਿਨ ਉਲਾਮਾ ਜਿਹੇ ਹੁੰਦੇ ਨੇ। ਉਹ ਹੋਰ ਵੀ ਕਿੰਨੇ ਤੋਖਲੇ ਭਰੇ ਸਵਾਲ ਕਰੀ ਜਾਂਦੀ, ਪਰ ਬਬਲੂ ਨੇ ਬੁਲਾਰਾ ਸੁਣ ਬਾਹਰ ਨਿਕਲ ਚੈਰੀ ਨੂੰ ਚੁੱਕਦਿਆਂ ਭੂਆ ਨੂੰ ਅੱਧ ਜੱਫੀ 'ਚ ਲੈਂਦਿਆਂ ਲਿਫ ਕੇ ਗੋਡੇ ਹੱਥ ਲਾਏ। ਸੁਰੀਤ ਦਾ ਐਵੇਂ ਇਸ ਮੌਕੇ ਇੰਨੇ ਚਿਰ ਬਾਅਦ ਅਚਾਨਕ ਆ ਵੜਨਾ ਘਰ ਦੇ ਜੀਆਂ ਦੀ ਸਮਝੋਂ ਬਾਹਰ ਸੀ। ਸਭ ਜੀਆਂ ਦੇ ਮਣੀ ਆਪੋ ਆਪਣੇ ਖਦਸ਼ੇ ਖੌਫ ਉੱਭਰੇ। ਘਰ ਦੀ ਚੁੱਪ ਸ਼ਾਂਤ ਫਿਜ਼ਾ ਵਿੱਚ ਇੱਕ ਬੇਬਸੀ ਫੈਲਦੀ ਗਈ। ਨਿੱਕੀ ਭਾਬੀ ਲੋਹ ਤੇ ਸੜਦੀ ਰੋਟੀ ਨੂੰ ਥੱਲਣ ਜਾ ਲੱਗੀ। ਘਰ 'ਚ ਨਿੱਕੀ ਭਾਬੀ, ਬਬਲੂ ਤੇ ਦਾਦੀ ਹੀ ਸਨ। ਸਾਰਾ ਘਰ ਖਾਲੀ ਖਾਲੀ ਸੀ। ਸੁਰੀਤ ਦਾ ਇੱਕਦਮ ਪੁੱਛਣ ਦਾ ਹੀਆ ਨਾ ਪਿਆ। ਉਹ ਘਰ ਦੇ ਜੀਆਂ ਦੇ ਕਿਤੇ ਜਾਣ ਤੋਂ ਤੋਖਲੇ ਭਰੇ ਡਰ ਵਿੱਚ ਸੀ ਤੇ ਘਰ ਦੇ ਹਾਜ਼ਰ ਜੀ ਉਸ ਦੇ ਇਉਂ ਕਵੇਲੇ ਬਿਨ ਬੈਗ ਬਰੀਫਕੇਸ ਦੇ ਆਉਣ 'ਤੇ ਖੌਫਜ਼ਦਾ ਸਨ। ਦਾਦੀ ਨੂੰ ਪੂਰੇ ਤੇਜ਼ ਤਪਾਕ ਨਾਲ ਘੁੱਟ ਮਿਲਣ ਪਿੱਛੋਂ ਸੁਰੀਤ ਦੀਆਂ ਛਲਕਦੀਆਂ ਢੂੰਡਦੀਆਂ ਨਜ਼ਰਾਂ ਨੂੰ ਭਾਂਪ ਬਬਲੂ ਨੇ ਦੱਸਿਆ ਕਿ ਘਰ ਦੇ ਬਾਕੀ ਜੀ ਉਸ ਦੇ ਮਾਮੇ ਦੇ ਪੁੱਤ ਸ਼ਮਸ਼ੀਰ ਦੇ ਵਿਆਹ ਗਏ ਹੋਏ ਨੇ। ਅੱਜ ਸਵੇਰੇ ਸ਼ਗਨ ਸੀ ਤੇ ਕੱਲ੍ਹ ਬਰਾਤ ਜਾਣੀ ਹੈ। ਸੁਣਦਿਆਂ ਸੁਰੀਤ ਨੂੰ ਜਾਪਿਆ ਇਹ ਚੰਗਾ ਹੀ ਹੋਇਆ, ਨਹੀਂ ਉਹ ਸਭ ਨੂੰ ਕਿਵੇਂ ਫੇਸ ਕਰਦੀ। ਕਿੰਨੀਆਂ ਦੀਵਾਰਾਂ ਸਨ ਇਕੱਲੇ ਇਕੱਲੇ ਜੀ ਤੇ ਉਸ ਵਿਚਾਲੇ। ਇਹ ਸੋਚ ਕੇ ਉਸ ਨੂੰ ਅਜੀਬ ਪਰੇਸ਼ਾਨੀ ਹੋਈ ਤੇ ਉਸ ਨੇ ਕਿਵੇਂ ਬਿਨਾਂ ਵਿਚਾਰੇ ਕਿਵੇਂ ਵੇਗ ਵਿੱਚ ਕੋਟੋਂ ਨਿਕਲ ਪਿੰਡ ਵੱਲ ਮੂੰਹ ਚੁੱਕ ਲਿਆ। ਇਹ ਸਭ ਕੁਝ ਜਾਣਦਿਆਂ ਵੀ ਕਿ ਉਸ ਦੇ ਬਾਪ ਮਾਂ ਵੱਡੇ ਭਰਾ ਨੇ ਅਜੇ ਉਸ ਦੇ ਪਾਪਾ ਨੂੰ ਬਖਸ਼ਿਆ ਨਹੀਂ। ਕਿਹੜੇ ਦਾਈਏ, ਕਿਹੜੇ ਖੌਫ, ਕਿਹੜੇ ਮੋਹ ਉਸ ਨੂੰ ਮੁੜ ਉਡਾ ਲਿਆਏ। ਆਪਣੇ ਘਰੇ ਖੜੀ ਉਹ ਖੁਦ ਪਸ਼ੇਮਾਨ ਸੀ। ਲੰਮੇ ਪੈਂਡੇ ਦੀਆਂ ਕਸਕਾਂ ਉਸ ਦੇ ਸੀਨੇ ਨੂੰ ਪੱਛ ਰਹੀਆਂ ਸਨ। ਕਿਸੇ ਅਗੰਮੀ ਜੋਸ਼ ਤੇ ਸੁਪਨ ਸੰਸਾਰ ਦੀ ਉਸਾਰੀ ਲਈ ਤੋੜੀਆਂ ਦਰ ਦੀਵਾਰਾਂ ਤੋਂ ਉਹ ਗੁੰਮ ਚੁੱਕੇ ਘਰ ਨੂੰ ਤਲਾਸ਼ ਰਹੀ ਸੀ। ਸੁਰੀਤ ਇਸ ਅੰਦਰਲੇ ਖੌਫ ਤੋਂ ਦਹਿਲ ਉੱਠੀ। ਚੈਰੀ ਬਬਲੂ ਨਾਲ ਖਿੜੀ ਪੁੜੀ ਹੋਈ ਸੀ। ਉਸ ਨੂੰ ਸਾਥ ਮਿਲਣ ਦਾ ਚਾਅ ਚੜਿਆ ਹੋਇਆ ਸੀ। ਬਬਲੂ ਹੁਣੇ ਵਿਆਹੋਂ ਪਰਤਿਆ ਸੀ। ਆਉਣਾ ਤਾਂ ਚਾਚੇ ਨੇ ਸੀ, ਪਰ ਬਬਲੂ ਦੇ ਮਾਮਿਆਂ ਉਸ ਨੂੰ ਆਉਣ ਨਾ ਦਿੱਤਾ। ਸਵੇਰੇ ਸਵਖਤੇ ਬਬਲੂ ਨੇ ਨਿੱਕੀ ਮੰਮੀ ਨੂੰ ਲਿਜਾਣਾ ਸੀ ਸਕੂਟਰ 'ਤੇ। ਬੱਬੂ +1 ਨਾਨ ਮੈਡੀਕਲ 'ਚ ਪੜ੍ਹਦਾ ਸੀ। ਸੁਰੀਤ ਨੂੰ ਰਜਾਈ ਦਾ ਪਲੜਾ ਸਮੇਟ ਬਿਠਾਲਦਿਆਂ ਦਾਦੀ ਨੇ ਸੁੱਖ ਸਾਂਦ ਪੁੱਛੀ। ਛੋਟੀ ਭਾਬੀ ਚਾਹ ਦੇ ਗਲਾਸ ਰੱਖਦੀ ਅਲਮਾਰੀ 'ਚੋਂ ਬਿਸਕੁਟ ਕੱਢਣ ਲਈ ਬਬਲੂ ਨੂੰ ਆਖ ਮੁੜ ਬਾਹਰ ਨੌਕਰਾਂ ਨੂੰ ਰੋਟੀ ਦੇਣ ਦੇ ਆਹਰੇ ਜਾ ਲੱਗੀ। ਕਮਰੇ ਵਿੱਚ ਇੱਕ ਅਸ਼ਾਂਤ ਚੁੱਪ ਸੀ, ਇੱਕ ਦੱਬਵੀਂ ਘੁਟਨ, ਇੱਕ ਅਜੀਬ ਬੇਗਾਨੇਪਨ ਦਾ ਮਾਹੌਲ ਸੀ। ਦਾਦੀ ਰਾਮ ਕੌਰ ਨੇ ਆਨੇ ਬਹਾਨੇ ਸੁਰੀਤ ਦੇ ਘਰ ਪਰਿਵਾਰ ਦੀ ਖਬਰਸਾਰ ਲੈਣੀ ਚਾਹੀ। ਸੁਰੀਤ ਇਉਂ ਸਭ ਕੁਝ ਫੋਲਣ ਨੂੰ ਕਿੱਥੇ ਤਿਆਰ ਸੀ। ਸਿਆਂ ਹਾਦਸੇ ਆਰ-ਪਾਰ ਫੈਲੇ ਹੋਏ ਸਨ। ਵਿੰਜੜੇ ਰਾਹੀਂ ਇੰਨੀ ਛੇਤੀ ਪਰਤਨ ਕਿੱਥੇ। ਚਾਹ ਪੀਂਦਿਆਂ ਗੱਲਬਾਤ ਸਾਹ ਵਰੋਲਦੀ ਰਹੀ। ਰੋਟੀ ਖਾ ਖਵਾ ਸੁਰੀਤ ਦੀ ਭਾਬੀ ਦੁੱਧ ਗਰਮ ਕਰਨ ਲੱਗੀ। ਬਬਲੂ ਤੇ ਚੈਰੀ ਦੂਸਰੇ ਦਲਾਨ ਵਿੱਚ ਖੇਡੇ ਲੱਗੇ ਟੀਵੀ ਵੇਖਦੇ ਰਹੇ। ਟੈਲੀਫੋਨ ਦੀ ਘੰਟੀ ਖੜਕੀ। ਸੁਰੀਤ ਉੱਠਣ ਕਰਦੀ ਬੈਠ ਰਹੀ। ਦਾਦੀ ਨੇ ਬਬਲੂ ਨੂੰ ਆਵਾਜ਼ਾਂ ਮਾਰੀਆਂ। ਟੀਵੀ ਦੇ ਰਾਮ ਰੋਲੇ ਕਰਕੇ ਕਿੰਨੇ ਚਿਰ ਪਿੱਛੋਂ ਬਬਲੂ ਨੇ ਚੌਂਗਾ ਚੁੱਕਿਆ। ਹੈਲੋ, ਹਾਂ ਚਾਚਾ ਜੀ, ਠੀਕ ਠਾਕ ਪਹੁੰਚ ਗਿਆ। ਹਾਂ ਖਾ ਲਈ। ਮੰਮੀ ਚੌਂਕੇ 'ਚ ਨੇ, ਬੈਠੇ ਨੇ। ਭੂਆ ਜੀ ਕੋਲ? ਨਹੀਂ, ਪਟਿਆਲੇ ਵਾਲੇ ਭੂਆ ਜੀ। ਚੈਰੀ ਵੀ ਠੀਕ? ਕੋਈ ਨਾ। ਨਹੀਂ, ਸਵੇਰੇ। ਤੁਸੀਂ ਆਪ ਕਹਿ ਦਿਓ। ਬਬਲੂ ਫੋਨ ਭੂਆ ਨੂੰ ਫੜਨ ਦਾ ਇਸ਼ਾਰਾ ਕਰਦਾ ਆ, ਪਰ ਸੁਰੀਤ ਨਾ ਕੋਈ ਨਾ, ਰਹਿਣ ਦੇ। ਨਹੀਂ ਕਰਦੀ ਰਹੀ। ਬਬਲੂ ਮਾਈਕ੍ਰੋਫੋਨ ਅੱਗੇ ਹੱਥ ਰੱਖ ਕੇ, ਆਓ ਨਾ ਭੂਜੀ, ਚਾਚਾ ਜੀ ਬੁਲਾ ਰਹੇ ਨੇ, ਆਓ ਵੀ। ਸੁਰੀਤ ਭਵੰਤਰੀ ਝਿਜਕਦੀ ਭਾਰੇ ਕਦਮੀ ਫੋਨ 'ਤੇ ਆਈ ਤੇ ਡਰਦੇ ਬੜੀ ਧੀਮੀ ਕੰਬਦੀ ਬੋਲੀ, ਹੈਲੋ, ਹਾਂ ਠੀਕ ਆ। ਨਹੀਂ ਕਾਤੋਂ? ਫੇਰ ਸਹੀ ਕਿਤੇ। ਤੁਸੀਂ? ਮੈਂ ਇੱਥੇ ਹੀ। ਨਹੀਂ, ਇੱਥੇ ਹੀ ਠੀਕ ਆ। ਨਹੀਂ ਕੋਈ ਨਾ, ਫੇਰ ਸਹੀ। ਸਿੱਲੀਆਂ ਹੋ ਉੱਠੀਆਂ ਅੱਖਾਂ ਤੇ ਕੰਬਦੇ ਠਿਠਕਦੇ ਬੋਲਾਂ ਨਾਲ ਉਸ ਮਸੀਂ ਗੱਲ ਮੁਕਾਈ। ਨਿੱਕਾ ਵੀਰ ਸੁਰੀਤ ਦੇ
ਆਉਣ ਬਾਰੇ ਜਾਣ ਕੇ ਉਸ ਨੂੰ ਸਵੇਰੇ ਵਿਆਹ ਆਉਣ ਲਈ ਮਨਾਉਂਦਾ ਰਿਹਾ, ਆਪ ਆ ਕੇ ਲੈ ਜਾਣ ਲਈ ਕਹਿੰਦਾ ਰਿਹਾ, ਪਰ ਸਰੀਤ ਇਸ ਲਈ ਕਿਵੇਂ ਵੀ ਤਿਆਰ ਨਹੀਂ ਸੀ। ਟੁੱਟਣਾ ਕਿੰਨਾ ਸੌਖਾ ਹੈ ਤੇ ਜੁੜਨਾ, ਬੰਦਾ ਕਿੱਥੇ ਦਾ ਕਿੱਥੇ ਪਹੁੰਚ ਜਾਂਦਾ ਹੈ। ਦਾਦੀ ਕੱਪੜੇ ਸੰਵਾਰਦਿਆਂ ਖੁੰਡੀ ਦਾ ਸਹਾਰਾ ਲੈ ਆਹਿਸਤਾ ਆਹਿਸਤਾ ਉੱਠੀ ਤੇ ਬਾਹਰ ਚਲੀ ਗਈ। ਸਰੀਤ ਦਲਾਨ ਦੀਆਂ ਚੀਜ਼ਾਂ ਵਸਤਾਂ ਨੂੰ ਸੰਜਾਣਦੀ ਨਿਹਾਰਦੀ ਖੜੀ ਖੜੀ ਕਾਰਨਸ ਵੱਲ ਮੁੜੀ। ਕਾਰਨਸ 'ਤੇ ਪਈ ਦਾਦੀ ਦੀ ਨਿੱਕੇ ਵੀਰ ਭਰਜਾਈ ਨਾਲ ਫੋਟੋ ਨੂੰ ਨੀਝ ਨਾਲ ਨਿਹਾਰਦਿਆਂ ਉਸ ਫੋਟੋ ਨੂੰ ਚੁੱਕਿਆ। ਉਸੇ ਥਾਂ ਕਦੇ ਉਸ ਦੀ BA ਦੀ ਡਿਗਰੀ ਲੈਣ ਵੇਲੇ ਦੀ ਫੋਟੋ ਪਈ ਹੁੰਦੀ ਸੀ। ਦਾਦੀ ਦੀ ਇਹ ਫੋਟੋ ਸ਼ਾਇਦ ਨਿੱਕੇ ਵੀਰ ਦੇ ਵਿਆਹ ਮੌਕੇ ਦੀ ਸੀ, ਜਿਸ 'ਤੇ ਸਰੀਤ ਬੁਲਾਈ ਨਹੀਂ ਸੀ ਗਈ। ਦਾਦੀ ਮਾਂ ਦੇ ਚਿਹਰੇ 'ਤੇ ਲੰਮੇ ਪੈਂਡੇ ਦੇ ਸਫ਼ਰ ਦੀਆਂ ਝੁਰੜੀਆਂ ਦੇ ਬਾਵਜੂਦ ਇੱਕ ਭਰਪੂਰ ਸਕੂਨ, ਇੱਕ ਜਲੌ ਸੀ ਤੇ ਅੱਖਾਂ ਵਿੱਚ ਚਮਕ ਕਾਇਮ ਸੀ। ਇੱਕ ਜੇਤੂ ਅੰਦਾਜ਼ ਵਿੱਚ ਦਾਦੀ ਬਣੀ ਫੱਬੀ ਦੋਹਾਂ ਦੇ ਵਿਚਕਾਰ ਆਰਾਮ ਕੁਰਸੀ 'ਤੇ ਬੈਠੀ ਸੀ। ਸਰੀਤ ਨੂੰ ਲੱਗਾ ਉਸ ਦੀ ਫੋਟੋ ਹਟਾਉਂਦਿਆਂ ਘਰਦਿਆਂ ਨੇ ਪਤਾ ਨਹੀਂ ਹੋਰ ਕਿੰਨੇ ਨਕਸ਼ ਮਿਟਾਉਣੇ ਚਾਹੇ ਹੋਣਗੇ। ਕਿ ਉਹ ਹੁਣ ਉਹੀ ਸਰੀਤ, ਉਹੀ ਗੁੱਡੀ ਬਣ ਸਕੇਗੀ? ਦਹਿਲੀਜ਼ ਟੱਪਦਿਆਂ ਦਾਦੀ ਮਾਂ ਦੀ ਖੁੰਡੀ ਦੀ ਠਕ ਠਕ ਸੁਣੀ ਤਾਂ ਸਰੀਤ ਸਤਰਕ ਹੋ ਪਾਸਾ ਮੋੜਦੀ ਬੈੱਡ ਵੱਲ ਹੌਲੀ ਹੌਲੀ ਤੁਰ ਆਈ। ਕਿੰਨੀ ਬਦਲ ਗਈ ਏ ਤੂੰ ਗੁੱਡੀ, ਕਿੰਨੀ ਮਾੜੀ ਹੋ ਗਈ ਏ ਤੂੰ। ਇਹ ਘਰ ਗੁੱਡੀ ਜੋ ਤੇਰੀ ਹਾਸੜ ਨਾਲ ਟਹਿ ਕੁੱਟਦਾ ਸੀ, ਹੁਣ ਸਭ ਕੁਝ ਹੁੰਦਿਆਂ ਸੁਣਦਿਆਂ ਧੀਏ ਬੜਾ ਸੁੰਨਾ ਸੁੰਨਾ। ਤੇ ਫਿਰ ਦਾਦੀ ਆਪਣੀ ਡੋਲਦੀ ਭਾਰੀ ਹੋਈ ਆਵਾਜ਼ ਨੂੰ ਸਾਂਭਦਿਆਂ ਸੋਚਣ ਲੱਗੀ, ਪਤਾ ਨਹੀਂ ਗੁੱਡੀ ਨੇ ਕਿਸ ਕਸਤੂਰੀ ਦੀ ਭਾਲ ਵਿੱਚ ਚੁੰਗੀ ਭਰੀ ਕਿ ਮੁੜ ਤਾਬ ਨਹੀਂ ਆਈ। ਰੋਣ ਹਾਕਾ ਮੋਹ ਦਾਦੀ ਦੀਆਂ ਅੱਖਾਂ ਵਿੱਚ ਉਮੜ ਆਇਆ। ਭਰਵੇਂ ਟਿਕਵੇਂ ਕਦਮੀ ਉਸ ਜਾ ਸਰੀਤ ਦਾ ਮੋਢਾ ਦੁਲਾਰਿਆ। ਬਿਨ ਬੋਲੇ ਦਾਦੀ ਆਪਣੀ ਵਿੰਝੜੀ ਪੋਤੀ ਦੇ ਸਭ ਦੁੱਖ ਦਰਦ ਪੀ ਜਾਣਾ ਚਾਹੁੰਦੀ ਸੀ। ਨਿੱਕੀ ਨੂੰਹ ਨੇ ਗਰਮ ਦੁੱਧ ਦੇ ਗਲਾਸ ਵਾਲੀ ਟਰੇ ਰੱਖਦਿਆਂ ਪਸਰੀ ਸੋਨੂੰ ਨੂੰ ਸੁੰਘਿਆ। ਦਾਦੀ ਮਾਂ ਨੇ ਟੁੱਟ ਗਈਆਂ ਜੋੜਨ ਦੇ ਆਹਰ ਵਿੱਚ ਤੰਦ ਛੋਹੀ। ਗੁੱਡੀਏ ਤੈਨੂੰ ਚੇਤਾ, ਨਿੱਕੀ ਹੁੰਦੀ ਤੂੰ ਚਾਹ ਲਈ ਬੜਾ ਰਿਆੜ ਕਰਦੀ ਹੁੰਦੀ ਸੈਂ, ਆਖੇ ਮੈਂ ਚਾਹ ਖਾਊਂ ਤੇ ਸੱਭੇ ਛੇੜਦੇ ਹੁੰਦੇ ਸਨ ਸਾਡੀ ਬਿੱਲੀ ਮਿਆਉ, ਤੇ ਤੂੰ ਜੋ ਹੱਥ ਆਉਂਦਾ ਵਗਾ ਮਾਰਦੀ। ਦਾਦੀ ਕਿਹੜੀ ਗੁੱਡੀ ਦੀਆਂ ਬਾਤਾਂ ਪਾ ਰਹੇ ਨੇ। ਅੰਦਰਲੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਸ ਬੁੱਲ ਪਚੀੜ ਕੇ ਕਸੀਸ ਵੱਟੀ। ਮਰ ਗਈ ਤੁਹਾਡੀ ਗੁੱਡੀ। ਉਸ ਸ਼ਾਲ ਦੀ ਬੁੱਕਲ ਸਵਾਰਨ ਦੇ ਬਹਾਨੇ ਉਮੜ ਆਏ ਅੱਥਰੂ ਸੁਕਾਏ। ਬੇਮਤਲਬ ਦਰਵਾਜ਼ੇ ਭੇੜਨ ਹੋ ਤੁਰੀ। ਰਜਾਈ ਵਿੱਚ ਨਿੱਘੇ ਹੋ ਦਾਦੀ ਨੇ ਸਰੀਤ ਦਾ ਹੱਥ ਪਲੋਸਦਿਆਂ ਦਿਲ ਟੋਇਆ। ਦੇਖ ਧੀਏ, ਕਰ ਭਲਾ ਆਪਣੀ ਮਰਜ਼ੀ। ਦਾਦੀ ਨੇ ਮਰ ਮੁੱਕੇ ਦਾਈਏ ਦੇ ਮਿੱਠੇ ਨਿਹੋਰੇ ਦੀ ਆੜ ਲੈ ਸਲਾਹ ਦਿੱਤੀ, ਪਰ ਐਵੇਂ ਜੂਨ ਭੋਗਣੀ, ਇੱਕ ਦੂਜੇ ਨੂੰ ਖੱਜਲ ਕਰੀ ਜਾਣਾ ਕਾਹਦੇ ਲਈ? ਕਿਤੇ ਤਾਂ ਨਿਬੜੋ ਗਈ ਆਖਰ। ਸਰੀਤ ਆਪੂ ਸਹੇੜ ਮਾਮਲਿਆਂ ਦੇ ਨਮੋਸ਼ੀ ਭਰੇ ਰਟਨਾ ਤੇ ਕਿਸੇ ਤਰਕਰਾਰ ਵਿੱਚ ਪੈਣੋਂ ਟਲਦੀ ਸੀ, ਜਾਂ ਸ਼ਾਇਦ ਉਸ ਨੂੰ ਖੁਦ ਇਸ ਨਿਬੇੜੇ ਤੋਂ ਹੀ ਡਰ ਲੱਗਦਾ ਸੀ। ਮੇਰੇ ਕੀ ਹੱਥ ਵਾਸੇ ਮਾਂ ਜੀ, ਕੋਰਟਾਂ ਦਾ ਤੁਹਾਨੂੰ ਪਤਾ ਹੀ ਹੈ, ਤਰੀਕਾਂ ਪਾਈ ਜਾਂਦੀਆਂ ਨੇ, ਮੈਂ ਕੀ ਕਰਾਂ? ਸੁਰੀਤ ਨੇ ਗੱਲ ਮੁਕਾਉਣ ਲਈ ਆਪਣੀ ਬੇਬਸੀ ਦਾ ਵਾਸਤਾ ਪਾਇਆ। ਉਂਝ ਇੰਨੇ ਵਰਿਆਂ ਪਿੱਛੋਂ ਐਵੇਂ ਦਾਦੀ ਕੋਲ ਹੋਣਾ ਸਰੀਤ ਨੂੰ ਚੰਗਾ ਚੰਗਾ ਲੱਗ ਰਿਹਾ ਸੀ। ਦਾਦੀ ਵੀ ਸਰੀਤ ਦੀ ਮੁਸੀਬਤ ਕਰਕੇ ਪਸੀਜ ਗਈ ਸੀ, ਦਿਲੋਂ ਫਿਕਰ ਕਰਦੀ ਸੀ। ਭਲਾ ਉਹ ਮੰਨਦਾ ਨਹੀਂ ਕਿਸੇ ਪਾਸੇ, ਜੇ ਵਸਣਾ ਨਹੀਂ ਤਾਂ ਤਲਾਕ ਦੇ ਕੇ ਫਾਹਾ ਮੁਕਾ। ਮਨ ਮਨੋਤੀ ਨਾਲ ਮਨ ਮਨੋਤੀ ਕੀ ਰਹਿ ਗਿਆ ਹੁਣ? ਗੱਲ ਗਾਹਾਂ ਲੰਘ ਗਈ। ਕਿੱਧਰ ਲੰਘ ਗਈ ਗਾਹਾਂ? ਦਾਦੀ ਸਰੀਤ ਦੀਆਂ ਰੰਗੜਾਊ ਦਲੀਲਾਂ ਤੋਂ ਕਾਇਲ ਨਹੀਂ ਸੀ ਹੋ ਰਹੀ। ਥੋੜਾ ਗਰਮ ਹੁੰਦੀ ਬੋਲੀ, ਤੁਹਾਡੀ ਗਾਹਾਂ ਵੀ ਛੇਤੀ ਪਿਛਾਂ ਵੀ ਛੇਤੀ। ਕੋਈ ਨਹੀਂ ਲੰਘ ਗਈ, ਆਖਰ ਆਦਮੀ ਤੀਵੀ ਦੀ ਸੋ ਰਗੜ ਝਗੜ ਹੁੰਦੀ ਹੈ। ਹੋਰ ਇਦੂ ਨੇੜੇ ਹੋਰ ਕੌਣ ਹੁੰਦਾ ਹੈ? ਉਹੀ ਹਰਕ ਦੇ ਮਾਰੇ ਨਰਕ ਥੋੜੀ ਜਾ ਵੜੀ ਦਾ। ਧੀਏ ਕੋਈ ਮਰਦ ਘੱਟ ਨਹੀਂ। ਤੀਵੀ ਨੂੰ ਸਭ ਉੱਚਾ ਨੀਵਾਂ ਜਰਨਾ ਪੈਂਦਾ, ਚਾਹੇ ਹੱਸ ਕੇ ਜਰ ਲਓ, ਚਾਹੇ ਰੋ ਪਿੱਟ ਕੇ। ਖੂਨ ਤਾਂ ਆਪਣਾ ਹੀ ਬਾਲਣਾ। ਤੇਰਾ ਬਾਪੂ ਘੱਟ ਸੀ, ਬਥੇਰੇ ਬਖੇੜੇ ਪਾਏ ਉਸ, ਪਰ ਵੇਖ ਮਾਂ ਜੀ ਕਦੇ ਦੱਸਿਆ ਤਾਂ ਨਹੀਂ ਤੁਸਾਂ? ਕਹੀ ਗੰਢ ਮਾਰ ਰੱਖੀ, ਸੱਚੀ ਮਾਂ ਨਹੀਂ। ਸਰੀਤ ਦਾਦੀ ਦੇ ਰਾਜਧਾਨੀ ਆਪਣੇ ਪਰਛਾਵੇਂ ਪਕੜਨਾ ਚਾਹ ਰਹੀ ਸੀ। ਕਾਨੂੰ ਫਰੋਲਣੇ ਨੇ ਸਿਵੇ ਹੁਣ, ਸਭ ਹੋ ਗੁਜ਼ਰ ਗਈ। ਮਾਂ ਨਹੀਂ ਤੈਨੂੰ ਮੇਰੀ ਸੌਂ, ਜੇ ਨਾ ਦੱਸੇ ਤਾਂ। ਸਰੀਤ ਬਦਾਵੇ ਨੂੰ ਪਾੜ ਮੁੜ ਦਾਵੇ ਬੰਨਣ ਲੱਗੀ। ਇੱਕ ਦਰਦੀਲੀ ਸ਼ਿਕਨ ਦਾਦੀ ਰਾਮ ਕੌਰ ਦੇ ਮੁਖ ਤੇ ਪਲਰੀ ਤੇ ਕਿਸੇ ਆਪ ਮੁਹਾਰੇ ਵੇਖ ਚੰਦਰਲਾ ਲਾਵਾ ਫੁੱਟ ਨਿਕਲਿਆ।
ਲੈ ਸੁਣਨਾ ਚਾਹੁੰਦੀ ਆ ਤਾਂ ਸੁਣ। ਇੱਕ ਦਿਨ ਢਲਦੀ ਤਰਕਾਲੋਂ ਉਹੀ ਬੈਠੀ ਸਾਂ ਘਰੇ ਵਿਹੜੇ 'ਚ। ਤੇਰੇ ਬਾਪੂ ਨੂੰ ਮੁਰੱਬਿਆਂ ਦੀ ਬੜੀ ਤਮਾ ਸੀ। ਸਬੈਕੀ ਛੇੜਨ ਲੱਗਾ। ਮੈਂ ਤਾਂ ਤੈਨੂੰ ਵਸਾਉਣਾ ਨਹੀਂ ਸੀ, ਐਵੇਂ ਵਸਾ ਲਿਆ। ਮੈਂ ਹਾਸੇ 'ਚ ਚਾਂਬੜੀ ਪੁੱਛ ਬੈਠੀ, ਨਾ ਕਾਤੋਂ ਨਹੀਂ ਸੀ ਵਸਾਉਣਾ? ਕੀ ਕਸਰ ਆ ਮੇਰੇ 'ਚ? ਉਸ ਮੋੜਾ ਦਿੱਤਾ, ਤੇਰਾ ਰੰਗ ਸਾਂਵਲਾ। ਮੈਨੂੰ ਬੜਾ ਵੱਟ ਚੜਿਆ। ਨਾ ਆ ਦੇਖਿਆ ਨਾ ਤਾਂ। ਮੈਂ ਵੀ ਦੇ ਮਾਰੀ। ਮੈਂ ਤਾਂ ਆਪ ਤੇਰੇ ਨਾਲ ਵਿਆਹ ਨਹੀਂ ਸੀ ਕਰਾਉਣਾ। ਕਹਿੰਦਾ ਕਾਤੋਂ? ਮੈਂ ਕਿਹਾ ਤੂੰ ਖੱਬੀ ਅੱਖੋਂ ਭੰਗਰਾ ਕੇ ਵੇਖਣਾ, ਮੈਨੂੰ ਚੰਗਾ ਨਹੀਂ ਲੱਗਦਾ। ਤੇਰਾ ਬਾਪੂ ਬੁੜਕ ਪਿਆ, ਕਹਿਣ ਲੱਗਾ ਇੰਨੀ ਔਖੀਆਂ ਤਾਂ ਹੁਣੇ ਵਗ ਜਾ। ਮੈਂ ਮਰੋੜੇ ਨਾਲ ਕਿਹਾ ਮੁੜ ਕਹਿ। ਕਹਿੰਦਾ ਇੰਨੀ ਔਖੀ ਤਾਂ ਤੁਰਦੀ ਬਣ। ਆਪਾਂ ਕਿਹੜੇ ਘੱਟ ਸਾਂ? ਹੱਸਦਿਆਂ ਦਾਦੀ ਨੇ ਕਿਹਾ। ਕੋਈ ਫਤੂਰ ਸੀ ਉਦੋਂ ਦਿਮਾਗ 'ਚ, ਕੋਈ ਇੰਨੀ ਤੜਫ ਸੀ। ਤੇਰਾ ਬਾਪ ਨੇੜੇ ਖੇਡਦਾ ਲਿਬੜਿਆ ਪਿਆ ਸੀ, 3 ਕੁ ਸਾਲਾਂ ਦਾ। ਮੈਂ ਕੁੱਛੜ ਚੁੱਕਿਆ ਤੇ ਡਿਓੜੀਓਂ ਬਾਹਰ ਹੋਈ। ਨਾ ਉਸ ਰੋਕਿਆ ਨਾ ਮੈਂ ਰੁਕੀ। ਹੈਂ, ਇਹ ਕੀ ਦਾਦੀ ਮਾਂ? ਸੁਰੀਤ ਹੱਕੀ ਬੱਕੀ ਰਹਿ ਗਈ। ਬਸ ਫੇਰ ਕੀ ਸੀ, ਵੱਡੀ ਸੜਕੋਂ ਜੋ ਮਿਲਿਆ ਫੜਿਆ ਜਾ ਪਹੁੰਚੀ ਪੇਕੇ ਨਵੇਂ ਪਿੰਡ। ਐਵੇਂ ਇੰਨੀ ਗੱਲ ਤੇ? ਇਹੀ ਤਾਂ ਧੀਏ ਤੈਨੂੰ ਸਮਝਾਉਣੀ ਆ, ਗੱਲਾਂ ਨਿੱਕੀਆਂ ਵੱਡੀਆਂ ਨਹੀਂ ਹੁੰਦੀਆਂ। ਆਪਾਂ ਨਿੱਕੇ ਵੱਡੇ ਹੁੰਦੇ ਆ, ਨਿਬੇੜੀਏ ਨਿਬੜ ਜਾਂਦੀਆਂ, ਨਹੀਂ ਕਮਲੀ ਦੇ ਝਾਟੇ ਵਾਂਗ। ਫਿਰ ਨਿਬੜੀ ਕਿਵੇਂ? ਕਿਵੇਂ ਪਰਤੇ ਘਰ? ਸੁਰੀਤ ਦਾਦੀ ਦੇ ਅਤੀਤ ਦੀਆਂ ਪੈੜਾਂ ਵਿੱਚੋਂ ਆਪਣੇ ਗੁਆਚੇ ਗੁੰਮੇ ਰਾਹ ਲੱਭਣ ਲੱਗੀ। ਵਾਪਸ ਆਈ ਪੂਰੇ 8 ਸਾਲਾਂ ਬਾਅਦ। ਦਾਦੀ ਦੇ ਸਦਾ ਬਹਾਰ ਚਿਹਰੇ ਤੇ ਨਾ ਕੋਈ ਸ਼ਿਕਣ ਸੀ, ਨਾ ਪਛਤਾਵੇ ਦੀ ਲੀਕ। ਨਾ ਕੋਈ ਲੈਣ ਗਿਆ, ਨਾ ਮੈਂ ਆਈ। ਬਾਪ ਮੇਰੇ ਨੇ ਗਈ ਨੂੰ ਪੁੱਛਿਆ, ਕੁੜੇ ਰਾਮ ਕਰੇ ਸੁੱਖ ਨਾਲ ਹੀ ਆਈ ਆ, ਲੜ ਪਿੜ ਕੇ ਤਾਂ ਨਾ ਆਈ? ਮੈਂ ਕੁਝ ਨਾ ਬੋਲੀ। ਮਹੀਨੇ ਕੁ ਪਿੱਛੋਂ ਬਾਪ ਨੇ ਫਿਰ ਪੁੱਛਿਆ ਤਾਂ ਮੈਂ ਰੋ ਪਈ। ਉਸ ਵਰਜਿਆ ਰੋਣਾ ਨਹੀਂ। ਇਹ ਤੇਰਾ ਘਰ ਨਹੀਂ? ਬਾਪ ਨੇ ਦੋਹਾਂ ਨੂੰਹਾਂ ਨੂੰ ਕੋਲ ਬਿਠਾ ਕੇ ਕਿਹਾ ਕਿ ਰਾਮ ਕੌਰ ਇੱਥੇ ਰਹੋ, ਕਿਸੇ ਕੁਝ ਪੁੱਛਣਾ ਦੱਸਣਾ ਨਹੀਂ, ਜਿੰਨਾ ਚਿਰ ਰਹਿਣਾ ਰਹੇ। ਮੈਂ FA ਪਾਸ ਸਾਂ, ਭਲੇ ਜ਼ਮਾਨੇ ਸਨ। ਬਾਪ ਨੇ ਕਹਿ ਸੁਣ ਪਿੰਡ ਦੇ ਸਕੂਲੇ ਟੀਚਰ ਲਗਵਾਤਾ। ਤੇਰੇ ਬਾਪ ਕਰਮ ਸੂ ਨੂੰ ਮਗਰੋਂ ਮੈਂ ਉਸੇ ਸਕੂਲ ਪੜ੍ਹਾਇਆ। ਬਾਪ ਨੇ ਕਦੇ ਮੇਰੇ ਸਹੁਰੇ ਪੁੱਛ ਪ੍ਰਤੀਤ ਨਾ ਕੀਤੀ। ਮੇਰੀ ਸਾਰੀ ਤਨਖਾਹ ਬੈਂਕ ਵਿੱਚ ਜਮ੍ਹਾਂ ਹੁੰਦੀ, ਕਦੇ ਖਰਚਣ ਨਾ ਦਿੰਦੇ। ਬਾਪ ਨੇ 8 ਖੇਤ ਖਰੀਦੇ ਤੇ ਮੇਰੇ ਨਾਵੇਂ ਲਵਾਤੇ। 8 ਸਾਲੀ ਕਿਤੇ ਮੇਰਾ ਵਿਚੋਲਾ ਸਬੱਬੀ ਮੇਰੇ ਬਾਪ ਨੂੰ ਮਿਲਣ ਗਿਲਣ ਆਇਆ। ਭਲਾ ਬੰਦਾ ਸੀ, ਸਵਰਗੀ ਵਾਸਾ ਹੋਵੇ ਨੇਕ ਰੂਹ ਦਾ। ਖੁਰੇ ਕੀ ਹਾਂ ਵਿਸਾਖਾ ਸਿੰਘ ਸੀ ਨਾਂ ਉਸਦਾ। ਸਰਾਣਾ ਸਵਾਰਾ ਕਰਦਿਆਂ ਰਾਮ ਕੌਰ ਨੇ ਹੰਬ ਗਿਆ ਪਾਸਾ ਪਰਤਿਆ। ਕਹਿੰਦਾ ਸਰਦਾਰਾ ਗੱਲ ਤਾਂ ਜੱਗੋਂ 13ਵੀਂ ਹੈ। ਮੈਂ ਤਾਂ ਭਰਾਵਾ ਇੰਨੇ ਵੇਰੇ ਯੂਪੀਓਂ ਨਾ ਆ ਸਕਿਆ, ਤੂੰ ਹੀ ਖਬਰ ਕਰਦਾ। ਚੱਲ ਕੋਈ ਨਾ, ਜੀਪ ਜੋੜੋ ਚਾ, ਬਿਠਾਓ ਧੀ ਨੂੰ। 4 ਭਰਾ ਚੱਲਣੇ ਆ, ਨਾ ਮੰਨਿਆ ਤਾਂ 2 ਕਾਰਤੂਸ ਕੱਢੂ ਸਾਲੇ ਦੇ ਚੂਤੜਾਂ ਚੋਂ। ਪੱਗ ਦੀ ਪੈਂਟ ਬਿਠਾਉਂਦਿਆਂ ਉਸ ਮੇਰੇ ਬਾਪ ਨੂੰ ਹੁਕਮ ਵਰਗੀ ਸਲਾਹ ਦਿੱਤੀ। ਦਾਦੀ ਮਾਂ ਐਵੇਂ ਕਿਵੇਂ? ਅਦਾਲਤੀ ਜਲਾਲਤ ਤੋਂ ਝੰਬੀ ਹਾਰੀ ਸੁਰੀਤ ਨੂੰ ਜਾਪਿਆ ਦਾਦੀ ਪਰੀਆਂ ਦੇ ਦੇਸ਼ ਦੀ ਕੋਈ ਕਥਾ ਸੁਨਾਰੀ ਹੋਵੇ। ਭਲੇ ਵੀ ਧੱਕੇ ਨਾਲ ਵੀ ਕਦੇ? ਪਰ ਦਾਦੀ ਦੇ ਚਿਹਰੇ ਦੀ ਆਬਾ ਤੇ ਖਲੂਸ ਇੰਨਾ ਸੱਚਾ ਸੀ ਕਿ ਉਸ ਨੂੰ ਸਭ ਕੁਝ ਅਸਲੀ ਲੱਗਾ। ਮੈਨੂੰ ਬਿਠਾਇਆ ਜੀਪ 'ਚ ਲੈ ਆਏ। ਨਾ ਕੋਈ ਸੁੱਖ ਨਾ ਸੁਨੇਹਾ। ਗੇਟੋਂ ਬਾਹਰ ਖੜਾ ਲਈ ਜੀਪ। ਵਿਚੋਲਾ ਤੇ ਬਾਪ ਅੰਦਰ ਗਏ। ਵਿਸਾਖਾ ਸਿੰਘ ਦੇ ਇੱਕ ਮੋਢੇ ਤੇ ਪਰਨਾ ਸੀ, ਧਾਰੀਆਂ ਵਾਲਾ, ਤੇ ਦੂਜੇ ਤੇ ਦਨਾਲੀ। ਮੇਰਾ ਬਾਪ ਦੱਸਦਾ ਹੁੰਦਾ ਸੀ ਕਿ ਵਿਸਾਖਾ ਸਿੰਘ ਨੇ ਬਿਨਾਂ ਕਿਸੇ ਦੁਆ ਸਲਾਮ ਦੇ ਖੜੇ ਖੜੇ ਕਿਹਾ, ਪੁੱਤਰਾ ਮੈਂ ਆ ਗਿਆ। ਮੇਰਾ ਤੇਰੇ ਪੁਰਖਿਆਂ ਦਾ ਪੁਸ਼ਤਾਂ ਦਾ ਜਰਾਨਾ। ਤੇਰੇ ਪੇ ਨੇ ਕਦੇ ਮੇਰੀ ਮੋੜੀ ਨਹੀਂ ਸੀ, ਅੱਧੀ ਕਰਾਂ ਪੂਰੀ ਕਰਾਂ। ਤੇ ਪੁੱਤਰਾ ਮੈਂ ਵੀ ਕਦੇ ਪਿੱਠ ਨਹੀਂ ਵਿਖਾਈ। ਮੈਂ ਤੇਰਾ ਵਿਚੋਲਾ। ਮੇਰੇ ਜਿੰਦੇ ਜੀ ਰਾਮ ਕੌਰ ਇੱਥੇ ਵਸੂ। ਪਿੱਛੋਂ ਅੱਲਾ ਜਾਣੇ ਸਿਆਣਾ ਬਣ ਕੇ ਤਾਰ ਲਿਆ ਜੀਪੋਂ ਆਪਣੀ ਬਹੂ। ਨਹੀਂ ਕੁੱਲ 3 ਦੀ ਆਉਂਦੀ ਆ ਰੌਂਤ, ਬਾਕੀ ਮੈਂ ਆਪੇ ਸਮਝ ਲੂੰ। ਬਸ ਨਿਬੜ ਗਿਆ ਸਾਰਾ ਮਾਮਲਾ।
ਮਗਰੋਂ ਠਿੱਠ ਹੋਇਆ ਸਾ ਇੱਕ ਦੂਜੇ ਨੂੰ ਛੇੜਨਾ। ਉਸ ਆਖਣਾ ਮੇਰੀ ਰਾਮ ਪਿਆਰੀ ਅੱਧੀ ਭੰਗ ਦੇ ਪਾ ਗੁਜ਼ਾਰੀ, ਮੈਂ ਵੀ ਟੋਣਾ ਝਾੜਨਾ ਰਹਿੰਦੀ ਲੰਘ ਜੂ ਟੂਣੇ ਹਾਰੀ। ਹੁਣ ਕਦੇ ਕਦੇ ਮਨ 'ਚ ਆਉਂਦਾ ਕੀ ਘਟ ਜਾਣਾ ਸੀ ਜੇ ਮੈਂ ਉਸ ਦੀ ਟਾਂਚ ਹੱਸ ਕੇ ਟਾਲ ਜਾਂਦੀ। ਚਲੋ ਖੈਰ ਜੋ ਵਿਧਾਤਾ ਦੇ ਹੱਥ। ਉਂਝ ਕਦੇ ਤੇਰੇ ਬਾਪੂ ਨੇ ਫਿਟੇ ਮੂੰਹ ਨਹੀਂ ਸੀ ਕਹੀ ਮੈਨੂੰ। ਕੋਇਆਂ 'ਚ ਪਾ ਆਏ ਪਾਣੀ ਨੂੰ ਲੜਨ ਨਾਲ ਸੋਖਦਿਆਂ ਰਾਮ ਕੌਰ ਨੇ ਲੰਮੀ ਸਿਸਕੀ ਭਰੀ, ਮਾਨੋ ਤੁਰ ਗਏ ਸਿਰ ਦੇ ਸਾਈਂ ਨੂੰ ਸਿਮਰ ਰਹੀ ਹੋਵੇ। ਸੁਰੀਤ ਪੁਰਾਣੇ ਬੰਦਿਆਂ ਦੀ ਇਹ ਅਜਬ ਦਾਸਤਾਨ ਸੁਣਦੀ ਸੁਣਦੀ ਡੂੰਘੇ ਖੂਹੀ ਲੈਂਦੀ ਗਈ। ਐਡੇ ਵੱਡੇ ਜਿਗਰੇ, ਐਡੇ ਉੱਚੇ ਧਰਵਾਸ, ਇੰਨੇ ਪੀਡੇ ਦਾਈਏ। ਉਸ ਨੂੰ ਰਸਕ ਆਇਆ ਇਹ ਸਭ ਕੁਛ ਤੇ, ਪਰ ਉਸਦੇ ਪਿਆਰੇ ਨੇ ਤਾਂ 4 ਦਿਨ ਨਹੀਂ ਪੈਣ ਦਿੱਤੇ। ਕਿਸੇ ਹੋਰ ਤੀਵੀਂ ਨਾਲ ਚੱਕਰ ਚਲਾ ਲਿਆ। ਅਣਪਛਾਤੇ ਪਰ ਪਲ ਪਲ ਤੁੰਬਦੇ ਸੰਸਦਿਆਂ ਨੂੰ ਨਾਪਦਿਆਂ ਉਹ ਦਾਦੀ ਮਾਂ ਨੂੰ ਪੁੱਛਦੀ ਗਈ, ਮਾਂ ਨੀ ਇੰਨੇ ਸਾਲ ਬਿਨਾਂ ਕਿਸੇ ਪੁੱਛ ਪਰਤੀਤੇ ਬਾਪੂ ਨੇ ਦੂਜਾ ਵਿਆਹ ਨਾ ਕਰਵਾਇਆ? ਜਾਂ ਕਾਹਨੂੰ ਧੀਏ, ਇਹ ਮਰਦ ਜਾਤ ਇੰਨੀ ਸਿੱਧਰੀ ਨਹੀਂ। ਕੀਤੀ ਉਹਨੇ ਕੋਸ਼ਿਸ਼, ਮੈਨੂੰ ਪਤਾ ਲੱਗਾ। ਮੈਂ ਤੇਰੇ ਬਾਪ ਨੂੰ ਲਾਇਆ ਉਂਗਲੇ, ਜਾ ਟੱਕਰੀ ਸਿੱਧੀ। ਉਸ ਕੁੜੀ ਨੂੰ ਉਸੇ ਦੇ ਘਰੇ ਮੈਂ ਆਖਿਆ, ਬੀਬੀ ਭੈਣੇ ਮੈਂ ਆਰਾਮ ਕਰੋ ਫਲਾਣੇ ਪਿੰਡੋਂ, ਫਲਾਣੇ ਦੀ ਧੀ ਵਿਆਹੀ ਹੋਈ ਆ ਜਿਹਦੇ ਨਾਲ ਹੁਣ ਤੂੰ ਕਾਜ ਰਚਾਉਣ ਲੱਗੀ ਏ। ਆਹ ਕਾਕਾ ਹੀ ਸਰਦਾਰ ਕਰਮ ਸਿੰਘ ਦਾ, ਜੇ ਭਲੀ ਚਾਹੁੰਦੀ ਏ ਹਟ ਜਾ ਮੇਰੇ ਰਾਹੋਂ। ਮੁੜ ਪਿਆ ਪਿੱਛੇ, ਨਹੀਂ ਮੈਥੋਂ ਬੁਰਾ ਕੋਈ ਨਹੀਂ। ਦਾਦੀ ਇਹ ਕੀ? ਬਸ ਕਰਤਾ ਸੋ ਕਰਤਾ। ਉਹ ਥਾਂ ਮੁੱਕਰ ਗਈ ਤੇ ਫਿਰ ਕਿਸੇ ਅਣਚਾਹੇ ਜ਼ਖਮਾਂ ਦੇ ਦਹਿਕ ਉੱਠਣ ਤੇ ਰਾਮ ਕੌਰ ਨਸੀਹਤ ਦੇਣ ਲੱਗੀ, ਔਰਤਾਂ ਧੀਏ ਧਰਤੀ ਆ ਧਰਤੀ, ਬਥੇਰੀ ਤਾਕਤਵਰ ਆ, ਪਰ ਮਾਰਖੋਰੀ ਨਹੀਂ। ਤੂੰ ਰਾਹ ਹਮਵਾਰ ਕਰ, ਘਰ ਬਾਝੋਂ ਔਰਤ। ਸੁਰੀਤ ਲਈ ਦਾਦੀ ਦੀ ਹੱਡ ਬੀਤੀ ਸੁਪਨੇ ਨੇ ਆਈ ਸੀ। ਵਰਨੋਂ ਚਿਤਵਣੋਂ ਅਸਮਰੱਥ ਸੀ। ਗੁੱਡੀਏ ਮੈਂ ਵੀ ਤੇਰੇ ਵਾਂਗੂ ਬੜੀ ਜਿੱਦੀ ਤੇ ਆਕੜ ਖਾਨ ਸਾਂ ਜਵਾਨੀ ਵੇਲੇ। ਦਾਦੀ ਦੀਆਂ ਡੂੰਘੀਆਂ ਕਾਲੀਆਂ ਅੱਖਾਂ ਵਿੱਚ ਲਿਸ਼ਕ ਉੱਭਰੀ, ਮੁੱਖ ਤੇ ਪਰ ਖਲੂਸ ਜਲੋ ਝੁਰੜੀਆਂ ਵਿੱਚੋਂ ਚਮਕਣ ਲੱਗਾ। ਸ਼ਹਾਨਾ ਰੂਪ ਤੇ ਦਾਨਾਈ ਭਰੇ ਸਲੀਕੇ ਦੇ ਭਾਅ ਦਾਦੀ ਦੇ ਖੜਕਵੇਂ ਬੋਲਾਂ 'ਚੋਂ ਟੁਣਕੀ। ਪਤਾ ਨਹੀਂ ਕਿਵੇਂ ਉਹ ਖੁਦ ਖਿੱਦੋ ਵਾਂਗ ਉਦੜਦੀ ਤੁਰੀ ਗਈ। ਇਹ ਉਹਨਾਂ ਦਿਨਾਂ ਦੀ ਗੱਲ ਆ ਜਦੋਂ ਮੈਂ ਖਾਲਸਾ ਕਾਲਜ ਅੰਮ੍ਰਿਤਸਰ FA 'ਚ ਪੜ੍ਹਦੀ ਸਾਂ। ਕੋਈ ਮੈਜਿਸਟ੍ਰੇਟ ਸੀ, ਬੜੀ ਧਾਕ ਸੀ, ਬਹਾਦਰ ਸਿੰਘ ਨਾਂ ਸੀ ਉਹਦਾ। ਪੂਰੀ ਦਹਿਸ਼ਤ ਸੀ ਉਸ ਦੀ। ਫੈਸ਼ਨਾਂ ਦਾ ਪੁੱਜ ਕੇ ਵੈਰੀ, ਕਹਿੰਦੇ ਕਹਾਉਂਦੇ ਮੁੰਡੇ ਕੀ ਗੁੰਡੇ ਰਾਹ ਬਦਲ ਜਾਂਦੇ। ਕੁੜੀਆਂ ਦੀ ਤਾਂ ਸ਼ਾਮਤ ਆਈ ਰਹਿੰਦੀ, ਜੇਬ 'ਚ ਕੈਂਚੀ ਪਾ ਕੇ ਨਿਕਲਦਾ, ਮੋਢੇ 'ਤੇ 6 ਫੁੱਟੀ ਡਾਂਗ, ਆਪ 6.25 ਫੁੱਟ। ਕਹਿੰਦੇ ਕਹਾਉਂਦੇ ਵੱਡੇ ਘਰਾਂ ਦੀਆਂ ਸ਼ਹਿਜ਼ਾਦੀਆਂ ਦੀਆਂ ਸਰੇ ਬਾਜ਼ਾਰ ਦੋਵੇਂ ਗੁੱਤਾਂ ਕੱਟ ਮਾਰਦਾ। ਮਜਾਲ ਕੀ ਕੋਈ ਚੂੰ ਚਾਂ ਕਰੇ। ਨਾਲ ਹੁੰਦੇ 2 ਦਰਸ਼ਨੀ ਜਵਾਨ ਸਿਪਾਹੀ। ਮਾੜੀ ਕਿਸਮਤ ਇੱਕ ਦਿਨ ਮੈਂ ਤੇ ਮੇਰੀ ਇੱਕ ਸਹੇਲੀ ਹਾਲ ਬਾਜ਼ਾਰੇ ਟਹਿਲਦਿਆਂ ਤੁਰੀਆਂ ਜਾਈਏ ਤੇ ਮੇਰੇ ਕੰਨੀ ਪਿੱਛੋਂ ਲਲਕਾਰ ਵੀ ਆਵਾਜ਼ ਪਈ, ਉਹ ਲੜਕੀ। ਆਸ-ਪਾਸ ਦੇ ਸਭੇ ਲੋਕ ਮੇਰੇ ਵੱਲ ਝਾਕਣ ਲੱਗੇ। ਮੈਨੂੰ ਉਦੋਂ ਪਤਾ ਲੱਗਾ ਜਦੋਂ ਉਹ ਮੇਰੇ ਸਿਰੇ ਆਣ ਧਮਕਿਆ। ਸਭ ਦੇ ਪ੍ਰਾਣ ਸੁੱਤੇ ਗਏ। ਸਰਦਾਰ ਬਹਾਦਰ ਨੇ ਜੇਬ 'ਚੋਂ ਕੈਂਚੀ ਕੱਢੀ ਤੇ ਉਂਗਲਾਂ ਵਿੱਚ ਫਸਾਉਣ ਲੱਗਾ। ਮੈਨੂੰ ਪਤਾ ਨਹੀਂ ਕੀ ਫਤੂਰ ਚੜਿਆ। ਮੈਂ ਧਾ ਕੇ ਉਹਦੀ ਡਾਂਗ ਖੋਹੀ ਤੇ ਆਪਣੇ ਪੱਟਾਂ 'ਤੇ ਮਾਰ ਕੇ 2 ਟੋਟੇ ਕਰ ਉਸਦੇ ਪੈਰਾਂ 'ਚ ਵਗਾਹ ਮਾਰੀ ਤੇ ਆਕੜ ਕੇ ਮਰੋੜਾ ਮਾਰ ਤੁਰ ਪਈ। ਉਹ ਥਾਂਏ ਬੁੱਤ ਬਣਿਆ ਖੜਾ ਰਿਹਾ। ਸਿਪਾਹੀ ਮੈਨੂੰ ਘੇਰਨ ਲੱਗੇ ਤਾਂ ਉਸ ਬਿਨ ਬੋਲੇ ਉਹਨਾਂ ਨੂੰ ਹਟਕ ਦਿੱਤਾ ਤੇ ਆਪ ਨੀਵੀਂ ਪਾਈ ਜਿੱਧਰੋਂ ਆਇਆ ਸੀ ਉੱਧਰ ਤੁਰ ਗਿਆ। ਗੱਲ ਮੁਕਾ ਕੇ ਦਾਦੀ ਸਰੀਰ ਦੇ ਜਰਦ ਚਿਹਰੇ ਦੀਆਂ ਤਹਿਆਂ ਫਰੋਲਣ ਲੱਗੀ। ਅਜੇ ਉਸ ਦਾ ਜੋਸ਼ ਮੱਠਾ ਨਹੀਂ ਸੀ ਪਿਆ। ਸਭ ਕੁਝ ਰੈਡੀਮੇਡ ਨਹੀਂ ਮਿਲਦਾ ਮੇਰੀ ਗੁੱਡੋ। ਇਹ ਜੀਵਨ, ਇਹ ਰਿਸ਼ਤੇ ਕੋਈ ਰੈਡੀਮੇਡ ਕਮੀਜ਼ ਨਹੀਂ, ਹੱਟੀ ਤੋਂ ਖਰੀਦੀ ਤੇ ਚਾੜ ਲਈ। ਇਹ ਪਲ ਪਲ ਲਹੂ ਨਾਲ ਸਿੰਜਣੇ ਪੈਂਦੇ ਨੇ। ਇਹ ਸਾਕ ਨਿੱਕੀਆਂ ਨਿੱਕੀਆਂ ਛੋਹਾਂ ਸਹਾਰੇ ਵੱਡੇ ਵੱਡੇ ਸਿਦਕਾਂ ਵਾਲੇ ਪੱਲਰਦੇ ਨੇ। ਬਣੇ ਬਣਾਤੇ ਨਹੀਂ ਮਿਲਦੇ, ਕਮਾਉਣੇ ਪੈਂਦੇ ਨੇ, ਜੇਰੇ ਨਾਲ ਨਿਭਾਉਣੇ ਪੈਂਦੇ ਨੇ। ਕੋਈ ਬੱਚਿਆਂ ਦੀ ਖੇਡ ਨਹੀਂ, ਕਦੀ ਕੱਟੀ ਕਦੀ ਪੱਕੀ। ਪੈ ਗਏ ਹਰ ਗੱਲੇ ਹਰ ਕੰਮੇ ਐਲੀ ਐਲੀ ਕਰਕੇ। ਤੁਸੀਂ ਤਾਂ ਪੜ੍ਹੇ ਲਿਖੇ ਹੋ, ਤੁਹਾਨੂੰ ਤਾਂ ਸੁਰੀਤ ਨੂੰ ਸਮਝ ਨਹੀਂ ਸੀ ਪੈ ਰਹੀ ਉਹ ਆਪਣੀ ਪੜ੍ਹਾਈ ਨੂੰ ਕਿਸ ਵਿਧ ਵਰਤੇ ਕਿ ਉਸਦੀ ਜ਼ਿੰਦਗੀ ਮਨਚਾਹੀ ਤਰ੍ਹਾਂ ਗੁਜ਼ਰੇ। ਉਂਝ ਮਨਚਾਹੀ ਵੀ ਕਿੰਨੀ ਅਜੀਬ ਸ਼ੈ ਹੈ। ਇੱਕੋ ਘਰ ਇੱਕੋ ਛੱਤ ਹੇਠ ਇੱਕੋ ਬੈੱਡ 'ਤੇ ਪਈਆਂ ਦਾਦੀ ਪੋਤੀ ਸੈਆਂ ਕੋਹਾਂ ਦੀ ਦੂਰੀ 'ਤੇ ਵਿਚਰ ਰਹੀਆਂ ਸਨ। ਦਾਦੀ ਆਪਣੀ ਗੁੱਡੀ ਲਈ ਮੁੜ ਸਾਵੇਂ ਸੁਖਾਵੇਂ ਘਰ ਦੀਆਂ ਗੋਂਦਾਂ ਗੁੰਦ ਰਹੀ ਸੀ ਤੇ ਪੋਤੀ ਪਿਆਰ ਦੀ ਜੰਗ ਲੜਨ ਲਈ ਕਿਸੇ ਢਾਰਸ ਦੀ। ਉਹ ਪਿਆਰ ਜੰਗ ਹਾਰਨਾ ਨਹੀਂ ਸੀ ਚਾਹੁੰਦੀ ਕਿਸੇ ਵੀ ਹਾਲਤ ਵਿੱਚ, ਚਾਹੇ
ਚੈਰੀ ਬਬਲੂ ਕੋਲ ਟੀਵੀ ਵੇਖਦੀ ਵੇਖਦੀ ਸੌਂ ਗਈ। ਬਬਲੂ ਭੂਆ ਨੂੰ ਦੱਸਣ ਆਇਆ ਤਾਂ ਸੁਰੀਤ ਨੇ ਮੋਹ ਵਿਖਾਉਂਦੇ ਸਰਸਰੀ ਪੁੱਛ ਲਿਆ, ਬਬਲੂ ਤੇਰੀ ਪੜ੍ਹਾਈ ਕਿਵੇਂ ਚੱਲ ਰਹੀ ਹੈ? ਕਾਹਦੀ ਪੜ੍ਹਾਈ ਭੂਆ ਜੀ? ਇੱਥੇ ਪਿੰਡਾਂ ਵਿੱਚ ਕਾਲਜ ਕਲਾਸਾਂ ਨਹੀਂ ਲੱਗਦੀਆਂ, ਟਿਊਸ਼ਨ ਲਈ ਕੋਈ ਚੱਜ ਦਾ ਪ੍ਰੋਫੈਸਰ ਨਹੀਂ ਮਿਲਦਾ, ਉਵੇਂ ਘਰ 'ਚ ਆਪਾਂ ਪੰਜਵਾਂ ਟਾਇਰ ਆ ਯਾਨੀ ਸਟਿੱਪਣੀ। ਜਾਈ ਜਰਾ ਆਈ ਜਰਾ, ਮੈਂ ਪਿਤਾ ਜੀ ਨੂੰ ਬਥੇਰਾ ਕਿਹਾ ਹੋਸਟਲ ਪਾ ਦਿਓ, ਹੋਰ ਨਹੀਂ ਭੂਆ ਕੋਲ ਪਟਿਆਲੇ ਭੇਜ ਦਿਓ। ਕੁੱਦ ਕੇ ਪੈ ਗਏ, ਖਬਰਦਾਰ ਜੇ ਮੁੜ ਕੇ ਨਾ ਲਿਆ ਤਾਂ। ਦਾਦੀ ਨੇ ਮੋਟਾ ਖੰਗੂਰਾ ਮਾਰ ਗੱਲ ਵਿੱਚੇ ਨੱਪ ਦਿੱਤੀ। ਸਭ ਚੁਕੰਨੇ ਹੋ ਉੱਠੇ। ਬਬਲੂ ਗੱਲ ਵਿੱਚੇ ਖਾ ਗਿਆ। ਸੁਰੀਤ ਅੰਦਰ ਮੁੜ ਖਤਰੇ ਦੀਆਂ ਟੱਲੀਆਂ ਖੜਕਣ ਲੱਗੀਆਂ। ਇੱਕ ਦਹਿਕਦੀ ਕਸਕ ਸੀਨਿਓਂ ਪਾਰ ਹੋਈ। ਪੁੜਪੜੀ ਦੀਆਂ ਤਣੀਆਂ ਨਸਾਂ ਨੇ ਤੜਾਕ ਤੜਾਕ ਪਟਾਕੇ ਪਾਏ। ਦਾਦੀ ਦੇ ਦਿੱਤੇ ਦਿਲਾਸੇ ਤੇ ਸਮਝੌਤਿਆਂ 'ਚ ਫੇਰ ਪਸਰੀ ਠੰਡ ਵਿੱਚ ਜੰਮਦੇ ਗੁੰਮਦੇ ਮਹਿਸੂਸ ਹੋਏ। ਸੰਗ ਸਾਫ਼ ਕਰਦੀ ਦਾਦੀ ਇਉਂ ਕਿਸੇ ਅੰਨੇ ਖੂਹ 'ਚੋਂ ਬੋਲੀ, ਤੂੰ ਧੀਏ ਬਬਲੂ ਦੀ ਗੱਲ ਐਵੇਂ ਮਨ ਨੂੰ ਨਾ ਲਾਵੀਂ, ਸੌ ਕਲੇਸ਼ ਪੈਂਦਾ ਰਹਿੰਦਾ ਵਸਤੇ ਕਰੀ। ਮੇਰੀ ਮਤਲਬ ਹੈ, ਦਾਦੀ ਲੰਮੀ ਜ਼ਿੰਦਗੀ ਦੀ ਖੱਟੀ ਮਿੱਠੀ ਖੱਟੀ 'ਚੋਂ ਲਾਡਲੀ ਪੋਤੀ ਨੂੰ ਢੁਕਵੇਂ ਮਤਲਬ ਸਮਝਾਉਣ ਵਿੱਚ ਉਲਝਦੀ ਗਈ।